30 अध्याय उसकी 20वां वचन हम पढ़ेंगे। व्यवस्था सार ओदा 30 अध्याय ओदी 20 आयत ਨੂੰ ਆਪਾਂ ਪੜਾਂਗੇ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨਾਲ ਪਿਆਰ ਰੱਖੋ ਤੇ ਉਸ ਦੀ ਆਵਾਜ਼ ਸੁਣੋ ਤੇ ਉਸ ਦੇ ਨਾਲ ਲੱਗੇ ਰਹੋ, ਕਿਉਂ ਜੋ ਉਹ ਹੀ ਤੁਹਾਡਾ ਜੀਵਨ ਤੇ ਤੁਹਾਡੀ ਲੰਮੀ ਉਮਰ ਦੇਣ ਵਾਲਾ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵਸੇ ਰਹੋਗੇ ਜਿਸ ਨੂੰ ਦੇਣ ਦੀ ਯਹੋਵਾ ਨੇ ਤੁਹਾਡੇ ਪੁਰਖਿਆਂ ਅਰਥਾਤ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਸਹੁੰ ਖਾਧੀ ਸੀ। परमेश्वर अब्राहम, इसहाक और याकूब से जो कसम खाए स्थान को हासिल करने के लिए, ये जो हम पढ़े हैं ये सब बातें हमारे जीवन में चाहिए। ਤਾਂ ਯਹੋਵਾ ਪਰਮੇਸ਼ਵਰ ਨੇ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੀ ਸਹੁੰ ਖਾਧੀ ਸੀ, ਜੋ ਵਾਅਦੇ ਕੀਤੇ ਉਸ ਦੇਸ਼ ਵਾਸਤੇ, ਪਰਮੇਸ਼ਵਰ ਨੇ ਕਿਹਾ ਤੁਸੀਂ ਕਿਸ ਤਰ੍ਹਾਂ ਉਹਦੇ 'ਚ ਜਾਓਗੇ, ਤਾਂ ਇਹ ਸ਼ਰਤਾਂ ਉਹਦੇ ਵਿੱਚ ਲਿਖੀਆਂ ਹੋਈਆਂ। परमेश्वर की आशीषों को प्राप्त करने के लिए कुछ बातें मैं आपको हम बताने जा रहे हैं। ਪ੍ਰਭੂ ਦੀਆਂ ਬਰਕਤਾਂ ਨੂੰ ਲੈਣ ਦੀਆਂ ਕੁਝ ਗੱਲਾਂ ਤੁਹਾਨੂੰ ਦੱਸ ਰਹੇ ਹਾਂ। पिछले साल बीत गई हैं, ਪਿਛਲਾ ਸਾਲ ਤਾਂ ਗੁਜ਼ਰ ਗਿਆ, बीती हुई सालों को प्रति चिंता में ना रहें, ਜਿਹੜਾ ਗੁਜ਼ਰ ਗਿਆ ਉਹਦੇ ਪ੍ਰਤੀ ਫਿਕਰਮੰਦ ਨਾ ਰਹੋ, बीती हुई बातों को कभी ना उठाएं, ਗੁਜ਼ਰ ਗਈਆਂ ਗੱਲਾਂ ਨੂੰ ਨਾ ਤੁਸੀਂ ਚੱਕੋ, बीती हुई बातों को याद करके नहीं रोएं। ਗੁਜ਼ਰ ਗਈਆਂ ਗੱਲਾਂ ਨੂੰ ਚੇਤੇ ਕਰਕੇ ਨਾ ਪਛਤਾਵਾ ਕਰੋ। आज आपका दिन है, ਅੱਜ ਤੁਹਾਡਾ ਦਿਨ ਹੈ, आज का दिन यहोवा ने बनाया, ਅੱਜ ਦਾ ਦਿਨ ਯਹੋਵਾ ਨੇ ਬਣਾਇਆ। आज हम आनंदित हो जाएं, ਅੱਜ ਆਪਾਂ ਖੁਸ਼ ਹੋ ਜਾਈਏ, आज हम प्रभु की उपस्थिति में मगन हो जाएं, ਅੱਜ ਆਪਾਂ ਪ੍ਰਭੂ ਦੀ ਹਜ਼ੂਰੀ 'ਚ ਬਾਗੋ बाग हो जाइए। परमेश्वर की आशीषों को प्राप्त करने के लिए ਪ੍ਰਭੂ ਦੀਆਂ ਬਰਕਤਾਂ ਨੂੰ ਲੈਣ ਵਾਸਤੇ परमेश्वर ने अब्राहम, इसहाक और याकूब को वायदा किया हुआ देश, उस आशीषों को हासिल करने के लिए हम क्या करें? ਪਰਮੇਸ਼ਵਰ ਨੇ ਵਾਅਦੇ ਕੀਤੇ ਹੋਏ ਜਿਹੜੇ ਦੇਸ਼ ਅਬਰਾਹਮ, ਇਸਹਾਕ ਅਤੇ ਯਾਕੂਬ ਦੇ ਸੀਗੇ, ਉਹਦੇ ਲਈ ਫਿਰ ਆਪਾਂ ਕੀ ਕਰੀਏ? 30 अध्याय उसकी 20वां वचन हम पढ़ें। 30 ਬਾਪ ਉਹਦੇ 20 ਆਇਤ ਵਿੱਚ ਲਿਖਿਆ ਹੈ। नंबर 1, प्रभु से प्रेम रखें। ਉਹਦੀ ਪਹਿਲੀ ਗੱਲ ਹੈ ਯਹੋਵਾ ਨਾਲ ਪਿਆਰ ਕਰਿਓ। नंबर 2, परमेश्वर से सुने। ਦੂਜੀ ਗੱਲ ਪਰਮੇਸ਼ਵਰ ਨੂੰ ਸੁਣੋ। नंबर 3, आज्ञा को पालन करें। ਤੀਜੀ ਗੱਲ ਉਹਦਾ ਕਹਿਣਾ ਮੰਨੋ। चौथी बातें उससे जुड़े रहे। ਤੇ ਚੌਥੀ ਗੱਲ ਹੈ ਉਹਦੇ ਲਿਪਟੇ ਲਓ। 20 वचन एक बार और पढ़ेंगे। 20 ਆਇਤ ਨੂੰ ਪੜਾਂਗੇ। ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਨਾਲ ਪਿਆਰ ਰੱਖੋ ਤੇ ਉਸ ਦੀ ਆਵਾਜ਼ ਸੁਣੋ ਤੇ ਉਸ ਦੇ ਨਾਲ ਚਿੰਬੜੇ ਰਹੋ ਤੇ ਉਸ ਦੇ ਕਹੇ ਅਨੁਸਾਰ ਜ਼ਿੰਦਗੀ ਗੁਜ਼ਾਰੋ, ਤਾਂ ਤੁਹਾਡੀ ਲੰਬੀ ਉਮਰ ਹੋਵੇਗੀ। Praise the Lord। हर एक मनुष्य लंबे उम्र चाहते हैं। ਹਰੇਕ ਇਨਸਾਨ ਇੱਕ ਲੰਬੀ ਉਮਰ ਨੂੰ ਚਾਹੁੰਦਾ ਹੈ। मौत को कोई नहीं चाहते, सभी मौत से बचना चाहते हैं। ਕੋਈ ਵੀ ਮਰਨਾ ਨਹੀਂ ਚਾਹੁੰਦਾ, ਸਾਰੇ ਚਾਹੁੰਦੇ ਆ ਮੌਤ ਤੋਂ ਅਸੀਂ ਬਚਦੇ ਰਹੀਏ। यदि 90 साल के एक बूढ़े से पूछिए तो वो कहेंगे मैं 5 साल और रहना चाहते हैं। 90 ਸਾਲ ਦੇ ਇੱਕ ਬਜ਼ੁਰਗ ਨੂੰ ਪੁੱਛੀਏ ਤਾਂ ਉਹ ਦੱਸੂਗਾ ਮੈਂ 5 ਸਾਲ ਹੋਰ ਹਲੇ ਜੀਣਾ ਚਾਹੁੰਦਾ। हर एक जीव जंतु अपने प्राण से बड़ा प्यार करते हैं। जिन्ने भी जीव जंतु ने वो अपनी जान दे नाल बहुत प्यार करते हैं। यहाँ पे वचन कहते हैं तुम जीवन पाने के लिए, जीवित रहने के लिए, ये सब आशीषों को हासिल करने के लिए ये जो लिखा है परमेश्वर की वचन पर चलना होगा। इत्थे परमेश्वर दी बाणी ये कहंदी है कि तुसी जिउंदा रहन वास्ते ते बरकत पाण वास्ते परमेश्वर दे कलाम दे अनुसार चलना पवेगा। और इस वचन की हम पढ़ते हैं, शुरुआत में पढ़ते हैं श्राप और आशीषें परमेश्वर हमारा सामने रखा है। ਤੇ ਜਦੋਂ ਇਹਦੀਆਂ ਉਤਲੀਆਂ ਆਇਤਾਂ ਨੂੰ ਆਪਾਂ ਪੜ੍ਹਦੇ ਆ ਤਾਂ ਉਹਦੇ ਵਿੱਚ ਲਿਖਿਆ ਹੋਇਆ ਕਿ ਸ਼ਰਾਪ ਅਤੇ ਬਰਕਤ ਤੁਹਾਡੇ ਵਾਸਤੇ ਮੈਂ ਰੱਖੀ ਹੋਈ ਹੈ। श्राप परमेश्वर किसी को देना नहीं चाहते हैं। ਸ਼ਰਾਪ ਨਹੀਂ ਦੇਣਾ ਚਾਹੁੰਦਾ ਪਰਮੇਸ਼ਵਰ ਕਿਸੇ ਨੂੰ ਵੀ। कल एक भाई को एक वचन मिला, कहते हैं वो श्राप की वचन है। ਕੱਲ ਇੱਕ ਭਰਾ ਨੂੰ ਇੱਕ ਵਚਨ ਮਿਲ ਗਿਆ ਤੇ ਉਹਦੇ 'ਚ ਲਿਖਿਆ ਕਿ ਸ਼ਰਾਪ ਦਾ ਵਚਨ ਸੀ ਉਹ। आज मेरे पास आके बड़ा दुखी से बताएं। ਤੇ ਜਦੋਂ ਪ੍ਰਭੂ ਦੇ ਦਾਸ ਕੋਲੇ ਆ ਕੇ ਬੜੇ ਉਦਾਸ ਹੋ ਕੇ ਉਹਨੇ मुझे ਕਿਹਾ पूछा किसने इस वचन लिखा है। ਤੇ ਆਗੇ ਪੁੱਛਿਆ ਕਿ ਕਿਹਨੇ ਵਚਨ ਨੂੰ ਲਿਖਿਆ। मैंने उस वचन को ध्यान से पढ़ के देखा, कोई श्राप की वचन नहीं है। ਤੇ ਜਦੋਂ ਵਚਨ ਨੂੰ ਧਿਆਨ ਨਾਲ ਪੜਿਆ ਗਿਆ ਤਾਂ ਉਹ ਸ਼ਰਾਪ ਦਾ ਵਚਨ ਨਹੀਂ ਹੈ, वचन आशीष की वचन है। ਉਹ ਬਰਕਤ ਦਾ ਵਚਨ ਹੈ। लेकिन समझने की कमी हो गई। ਪਰ ਉਹਨੂੰ ਸਮਝਣ ਦੀ ਇੱਕ ਘਾਟ ਹੋ ਗਈ। लिखा है, ਲਿਖਿਆ ਹੈ, लिखा है, ਲਿਖਿਆ ਹੈ, लिखा है, ਲਿਖਿਆ ਹੈ
यदि तुम परमेश्वर की वचन नहीं सुनोगे, नहीं पालन करोगे, उस वचन पर नहीं चलेगा तो श्रापित होगा। ਜੇ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਨਾ ਸੁਣੋਗੇ ਤੇ ਨਾ ਹੀ ਉਹਦੇ ਅਨੁਸਾਰ ਚੱਲੋਗੇ ਤਾਂ ਫਿਰ ਤੁਸੀਂ ਸ਼ਰਾਪਿਤ ਹੋਵੋਗੇ। परमेश्वर से प्रेम नहीं रखोगे, परमेश्वर की वचन पर नहीं चलोगे, प्रभु से तुम प्यार नहीं करोगे, तब वचन कहते हम श्रापित होते हैं। ਜੇ ਤੁਸੀਂ ਪਰਮੇਸ਼ਰ ਨਾਲ ਪਿਆਰ ਨਹੀਂ ਕਰੋਗੇ, ਉਹਦੇ ਸ਼ਬਦਾਂ ਨੂੰ ਨਹੀਂ ਸੁਣੋਗੇ ਤੇ ਉਹਦੇ ਕਲਾਮ ਦੇ ਅਨੁਸਾਰ ਨਹੀਂ ਚੱਲੋਗੇ ਤਾਂ ਫਿਰ ਆਪਾਂ ਸ਼ਰਾਪਿਤ ਹੁੰਨੇ ਆ। नंबर 1 हम समझना, हम श्राप के अधीन पर नहीं है। ਪਹਿਲੀ ਗੱਲ ਇਹ ਜਾਣਨਾ ਆਪਾਂ ਕੋਈ ਸ਼ਰਾਪ ਸਜ਼ਾ ਦੇ ਥੱਲੇ ਨਹੀਂ ਆ। हम अनुग्रह के अधीन पर है। ਆਪਾਂ ਉਸ ਕਿਰਪਾ ਫਜ਼ਲ ਦੇ ਥੱਲੇ ਆ। परमेश्वर की अनुग्रह हमारे ऊपर है। ਪ੍ਰਭੂ ਦੀ ਉਹ ਕਿਰਪਾ ਸਾਡੇ ਉੱਤੇ ਆ। परमेश्वर की अनुग्रह के कारण मैं और आप आशीषित हो जाते हैं। ਪ੍ਰਭੂ ਦੀ ਉਸ ਕਿਰਪਾ ਦੇ ਕਰਕੇ ਮੈਂ ਤੇ ਤੁਸੀਂ ਆਸ਼ੀਸ਼ਿਤ ਹੋ ਜਾਂਦੇ ਆ। हम आशीष के लिए प्रभु ने हमें बुलाए। ਆਸ਼ੀਸ਼ ਵਾਸਤੇ ਪ੍ਰਭੂ ਨੇ ਆਪਾਂ ਨੂੰ ਸੱਦਿਆ। परमेश्वर ने अब्राहम को आशीष के लिए बुलाए। ਪਰਮੇਸ਼ਰ ਨੇ ਅਬਰਾਹਮ ਨੂੰ ਬਰਕਤ ਵਾਸਤੇ ਸੱਦਿਆ। एक कौम को पैदा हो जाए, वो कौम सब दुनिया में आशीषित हो जाए। ਤੇ ਇੱਕ ਜਾਤੀ ਜਨਮ ਲਵੇ ਤੇ ਉਹ ਪੂਰੇ ਸੰਸਾਰ ਨੂੰ ਆਸ਼ੀਸ਼ ਕਰ ਪਾਏ। और लिखा है यीशु मसीह में सब कौम आशीषें पाए। ਤੇ ਲਿਖਿਆ ਹੋਇਆ ਕਿ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਸਾਰੀਆਂ ਜਾਤੀਆਂ ਬਰਕਤ ਪਾਣਗੀਆਂ। अब्राहम ने, परमेश्वर ने आशीषें दिया, अब्राहम को आशीषें दी, वो आशीषें यीशु मसीह में मैं और आप प्राप्त करें। ਅਬਰਾਹਮ ਨੂੰ ਪਰਮੇਸ਼ਰ ਨੇ ਜਿਹੜੀ ਆਸ਼ੀਸ਼ ਦਿੱਤੀ, ਆਸ਼ੀਰਵਾਦ ਦਿੱਤੇ, ਪਰਮੇਸ਼ਰ ਚਾਹੁੰਦਾ ਮਸੀਹ ਯੀਸ਼ੂ ਚ ਮੈਂ ਅਤੇ ਤੁਸੀਂ ਉਹਨੂੰ ਧਾਰਨ ਕਰੀਏ। अब अब्राहम, इसहाक और याकूब को परमेश्वर ने वायदा किया हुआ आशीषें, ਅਬਰਾਹਮ, ਇਸਹਾਕ ਤੇ ਯਾਕੂਬ ਨੂੰ ਵਾਅਦੇ ਕੀਤੀਆਂ ਹੋਈਆਂ ਜਿਹੜੀਆਂ ਬਰਕਤਾਂ, वो प्राप्त करने के लिए हम क्या करें? ਉਹਨੂੰ ਲੈਣ ਦੇ ਲਈ ਆਪਾਂ ਕੀ ਕਰੀਏ? नंबर 1, ਪਹਿਲੀ ਗੱਲ, प्रभु से प्यार रखें। ਪ੍ਰਭੂ ਨੂੰ ਪ੍ਰੇਮ ਕਰੀਏ, प्रभु से प्रेम रखें। ਪ੍ਰਭੂ ਨਾਲ ਪਿਆਰ ਰੱਖੀਏ। कितने लोगों के अंदर प्रभु से प्यार है? ਕਿੰਨਿਆਂ ਦੇ ਅੰਦਰ ਪ੍ਰਭੂ ਦਾ ਪ੍ਰੇਮ ਹੈ? कुछ परिस्थिति मनुष्य को ऐसे होते हैं, मौके पर परमेश्वर को धोखा देते हैं। ਕੁਝ ਹਾਲਾਤ ਇਸ ਤਰ੍ਹਾਂ ਦੀ ਜ਼ਿੰਦਗੀ ਚ ਆ ਜਾਂਦੇ ਆ ਕਿ ਉਹ ਫਿਰ ਮੌਕੇ ਤੇ ਪਰਮੇਸ਼ਰ ਦੇ ਨਾਲ ਧੋਖਾ ਕਰ ਦਿੰਦੇ ਆ। पिछले दिन 2 बार इस वचन से मैंने प्रचार की, यदि एक मनुष्य को परखना है तो 3 बातों में ध्यान देना होते ਤੇ हैं। ਪਿਛਲੇ ਦਿਨਾਂ ਦੇ ਵਿੱਚ 2 ਵਾਰ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਇਹ ਦੱਸਿਆ ਹੈ ਕਿ ਪ੍ਰਚਾਰ ਦੇ ਵਿੱਚ ਕਿ ਜੇ ਇੱਕ ਇਨਸਾਨ ਦੀ ਪਰਖ ਕਰਨੀ ਹੈ ਤਾਂ ਇਹ 3 ਗੱਲਾਂ ਤੋਂ ਪਰਖ ਕੀਤੀ ਜਾਂਦੀ ਹੈ। संसार से वस्तु या नाशवान वस्तु या धन संपत्ति, सोने और हमारे मनुष्य ने बहुमूल्य जो समझते हैं उससे हम कैसे व्यवहार करते हैं, कैसे हम प्रेम करते हैं। ਤੇ ਇਸ ਸੰਸਾਰ ਤੇ ਨਾਸ਼ ਹੋਣ ਵਾਲੀਆਂ ਚੀਜ਼ਾਂ ਤੇ ਸੋਨਾ ਜਾਂ ਚਾਂਦੀ ਜਾਂ ਧਨ ਦੌਲਤ ਜਿਸ ਦੇ ਨਾਲ ਅਸੀਂ ਕਿਸ ਤਰ੍ਹਾਂ ਵਿਵਹਾਰ ਕਰਦੇ ਹਾਂ, और अन्य स्त्री और पुरुष के साथ हमारे व्यवहार किस तरह है। ਤੇ ਗੈਰ ਔਰਤ ਦੇ ਮਰਦ ਦੇ ਨਾਲ ਸਾਡਾ ਕਿਸ ਤਰ੍ਹਾਂ ਦਾ ਸੰਬੰਧ ਹੈ। और नाशवान वस्तु का पीछे हमारी कैसे लालच है। ਤੇ ਜਿਹੜੀਆਂ ਖਤਮ ਹੋਣ ਵਾਲੀਆਂ ਚੀਜ਼ਾਂ ਦੇ ਮਗਰ ਅਸੀਂ ਕਿੰਨੀ ਕੁ ਲਾਲਸਾ ਕਰਦੇ ਹਾਂ। नाशवान धन, ਜਿਹੜਾ ਖਤਮ ਹੋਣ ਵਾਲਾ ਧਨ, नाशवान सोना, ਖਤਮ ਹੋਣ ਵਾਲਾ ਸੋਨਾ, नाशवान प्रॉपर्टी, ਖਤਮ ਹੋਣ ਵਾਲੀ ਵਿਰਾਸਤ, नाशवान कपड़ा, ਖਤਮ ਹੋਣ ਵਾਲੇ ਕੱਪੜੇ, नाशवान भोजन, ਖਤਮ ਹੋਣ ਵਾਲਾ ਖਾਣਾ, इससे हम कैसे प्रेम करते हैं। ਇਹਦੇ ਨਾਲ ਆਪਾਂ ਕਿਸ ਤਰ੍ਹਾਂ ਪ੍ਰੇਮ ਪਿਆਰ ਕਰਦੇ ਹਾਂ। बाइबल कहते हैं इस नाशवान वस्तु के कारण ठोकर ना खाएं। ਇਹ ਖਤਮ ਹੋਣ ਵਾਲੀਆਂ ਚੀਜ਼ਾਂ ਦੇ ਮਗਰ ਜਾ ਕੇ ਆਪਾਂ ਠੇਡਾ ਨਾ ਖਾਈਏ। शरीर की अभिलाषाएं, आंखों की इच्छा या अभिलाषाएं, जीवन की प्रताप, जीवन की आशीषों को हासिल करने के लिए, इस धरती की सुविधाओं को हासिल करने के लिए जो इच्छाएं, ਸਰੀਰ ਦੀ ਸਾਡੀ ਦੇਹ ਦੀ ਇੱਛਾ ਤੇ ਸਾਡੀਆਂ ਅੱਖਾਂ ਦੀ ਜਿਹੜੀ ਇੱਛਾ ਲਾਲਸਾ
ਤੇ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਹਾਸਲ ਕਰਨ ਦੀ ਜਿਹੜੀ ਸਾਡੇ ਅੰਦਰ ਲਾਲਸਾ ਜਿਗਿਆਸਾ ਵੱਧਦੀ ਹੈ ਕਿਸ ਤਰ੍ਹਾਂ ਨੂੰ ਲੈ ਸਕੀਏ। ये सब बातें हमारी आत्मिक जीवनों को मार देते हैं। ਇਹ ਸਾਰੀਆਂ ਜਿਹੜੀਆਂ ਗੱਲਾਂ ਸਾਡੀ ਰੂਹਾਨੀ ਜ਼ਿੰਦਗੀ ਨੂੰ ਖਤਮ ਕਰ ਦਿੰਦੀ ਹੈ। बाइबल कहते हैं शरीर आत्मा के खिलाफ है। ਬਾਣੀ ਕਹਿੰਦੀ ਹੈ ਜਿਹੜੀ ਦੇਹ ਹੈ ਉਹ ਰੂਹ ਦੇ ਵਿਰੁੱਧ ਵਿੱਚ ਹੈ। आत्मा शरीर के खिलाफ है, शरीर आत्मा के खिलाफ है। ਜਿਹੜੀ ਰੂਹ ਹੈ ਉਹ ਦੇਹ ਦੇ ਵਿਰੁੱਧ ਵਿੱਚ ਹੈ ਤੇ ਜਿਹੜੀ ਦੇਹ ਹੈ ਉਹ ਰੂਹ ਦੇ ਵਿਰੁੱਧ ਵਿੱਚ जो ਹੈ। आत्मा में वो शरीर को पसंद नहीं करते, ਜਿਹੜਾ ਤਾਂ ਰੂਹ ਦੇ ਵਿੱਚ ਹੈ ਉਹ ਦੇਹ ਨੂੰ ਪਸੰਦ ਨਹੀਂ जो ਕਰਦਾ। शरीर की अभिलाषा में वो आत्मा में नहीं होते हैं। ਜਿਹੜੇ ਦੇਹ ਦੀਆਂ ਲਾਲਸਾਵਾਂ ਦੇ ਵਿੱਚ ਹੁੰਦੇ ਆ ਉਹ ਰੂਹ ਦੇ ਵਿੱਚ ਨਹੀਂ वो ਹੁੰਦੇ डड इंसान है, डड मनुष्य ਤੇ है। ਉਹ ਮਰਿਆ ਹੋਇਆ ਇੱਕ ਇਨਸਾਨ ਆ। मरी हुई मनुष्य को देखने से पता लगते हैं। ਜਿਹੜਾ ਮਰ ਜਾਂਦਾ ਉਹਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ। मरी हुई मनुष्य की स्वभाव, मरी हुई मनुष्य की व्यवहार, मरी हुई मनुष्य को देख के पता लगते इसके अंदर जीवन नहीं है और साइलेंट रहते हैं। ਤੇ ਮਰੇ ਹੋਏ ਦਾ ਸੁਭਾਵ ਤੇ ਉਹਦੇ ਵਿਵਹਾਰ ਉਹਦੇ ਚਾਲ ਚਲਨ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਮਰਿਆ ਹੋਇਆ ਕਿਉਂਕਿ ਇਹ ਬੜਾ ਖਾਮੋਸ਼ ਹੈ। क्योंकि मरे हुए व्यक्ति कुछ समझ नहीं पाते हैं। ਜਿਹੜਾ ਮਰ ਜਾਂਦਾ ਉਹਨੂੰ ਕੋਈ ਕੁਝ ਸਮਝ ਨਹੀਂ ਪਾਉਂਦਾ। लेकिन जिस व्यक्ति को जीवन है वो सब बातों को परखते हैं, जानते हैं। ਪਰ ਜਿਹਦੇ ਅੰਦਰ ਜ਼ਿੰਦਗੀ ਆ ਉਹ ਸਾਰੀਆਂ ਗੱਲਾਂ ਨੂੰ ਜਾਂਚਦਾ ਆ ਤੇ ਪਰਖਦਾ ਆ। यदि हम मरे हुए हैं तो ਜੇ ਆਪਾਂ ਮਰੇ ਹੋਏ ਆ इस नया साल में ਇਹ ਨਵੇਂ ਸਾਲ ਦੇ ਵਿੱਚ परमेश्वर आपको जीवन देना चाहते हैं। ਪਰਮੇਸ਼ਰ ਤੁਹਾਨੂੰ ਜ਼ਿੰਦਗੀ ਦੇਣਾ ਚਾਹੁੰਦਾ ਹੈ। परमेश्वर की आत्मा आपको जीवन दे रहे हैं। ਪਰਮੇਸ਼ਰ ਦਾ ਰੂਹ ਤੁਹਾਨੂੰ ਜ਼ਿੰਦਗੀ ਦੇ ਰਿਹਾ ਹੈ। यहेजकेल नबी की किताब 37 अध्याय हम पढ़ते हैं। ਯਹਜ਼ਕੇਲ ਦੀ ਪੁਸਤਕ ਉਹਦੇ 37 ਬਾਬ ਨੂੰ ਜਦੋਂ ਆਪਾਂ ਪੜ੍ਹਦੇ ਹਾਂ एक भविष्यवक्ता जीवन पाने के कारण ਇੱਕ ਨਬੀ ਜ਼ਿੰਦਗੀ ਨੂੰ ਪਾਣ ਦੇ ਕਰਕੇ सारे इसराइल के मरे हुए को जीवन दे दिया है। ਸਾਰੇ ਇਸرائیਲੀ ਜਿਹੜੇ ਮਰੇ ਹੋਏ ਸੀ ਉਹਨਾਂ ਨੂੰ ਜ਼ਿੰਦਗੀ ਦੇ ਦਿੱਤੀ। सूखे हड्डियां जीवित हो गए। ਸੁੱਕੀਆਂ ਜਿਹੜੀਆਂ ਹੱਡੀਆਂ 'ਚ ਜੀਵਨ ਆ ਗਿਆ। मैं और आपको जीवन पाते हुए इस देश के मरे हुए लोगों को हम जीवन दे सकते हैं। ਮੈਂ ਤੇ ਤੁਸੀਂ ਜ਼ਿੰਦਗੀ ਨੂੰ ਧਾਰਨ ਕਰਾਂਗੇ ਤੇ ਇਸ ਦੇਸ਼ ਦੇ ਵਿੱਚ ਮਰੇ ਹੋਇਆਂ ਨੂੰ ਜ਼ਿੰਦਗੀ ਦੇ ਦੇਵਾਂਗੇ। सबसे बड़ी बात है उसके लिए प्रभु से प्रेम रखें। ਸਭ ਤੋਂ ਵੱਡੀ ਗੱਲ ਉਹਦੇ ਨਾਲ ਆਪਾਂ ਪਿਆਰ ਕਰੀਏ। परमेश्वर से प्रेम रखें। ਪਰਮੇਸ਼ਰ ਨਾਲ ਪਿਆਰ ਰੱਖੀਏ। यदि परमेश्वर से हम प्रेम करने वाले संसार से हम प्रेम नहीं रखेंगे, ਜੇ ਪਰਮੇਸ਼ਰ ਨੂੰ ਆਪਾਂ ਪਿਆਰ ਕਰਦੇ ਆ ਤਾਂ ਫਿਰ ਆਪਾਂ ਦੁਨੀਆ ਨੂੰ ਪਿਆਰ ਨਹੀਂ ਕਰਾਂਗੇ। परमेश्वर से प्रेम करने वाले शरीर की अभिलाषाओं से प्रेम नहीं करेंगे, ਜਿਹੜਾ ਰੱਬ ਨਾਲ ਪਿਆਰ ਕਰਦਾ ਉਹ ਦੇਹ ਦੀਆਂ ਲਾਲਸਾਵਾਂ ਨਾਲ ਪਿਆਰ ਨਹੀਂ ਕਰੂਗਾ। परमेश्वर से प्रेम रखने वाले नाशवान धन दौलत के ऊपर प्रेम नहीं करेंगे, ਪਰਮੇਸ਼ਰ ਨਾਲ ਪਿਆਰ ਕਰਨ ਵਾਲਾ ਇਹ ਖਤਮ ਹੋਣ ਵਾਲੀਆਂ ਚੀਜ਼ਾਂ ਨਾਲ ਪਿਆਰ ਨਹੀਂ ਕਰੂਗਾ। और उसकी भरोसा परमेश्वर पर है ਉਹਦਾ ਈਮਾਨ ਪਰਮੇਸ਼ਰ ਤੇ ਹੋਵੇਗਾ क्योंकि उनकी धन संपत्ति स्वर्ग में है। ਕਿ ਉਹਦਾ ਧਨ ਮਾਲ स्वर्ग ਦੇ ਵਿੱਚ ਹੈ। मूर्ख मनुष्य इस धरती पर धन इकट्ठे करते हैं, ਤੇ ਜਿਹੜਾ ਨਾ ਸਮਝ ਬੰਦਾ ਉਹ ਇਸ ਸੰਸਾਰ 'ਚ ਧਨ ਦੌਲਤ ਨੂੰ ਜਮਾ ਕਰਦਾ ਹੈ। लेकिन अपने लिए जीवन के लिए खाना पीना रहना कपड़े घर गाड़ी ये सब हमें आवश्यक है। ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਰਹਿਣਾ ਖਾਣਾ ਪੀਣਾ ਕੱਪੜੇ ਗੱਡੀਆਂ ਸਹੂਲਤਾਂ ਇਹ ਸਾਰਾ ਕੁਝ ਚੰਗਾ ਹੈ। लेकिन उसके लिए आप टेढ़ी रास्ता ना पकड़े, ਪਰ ਉਹਨੂੰ ਹਾਸਲ ਕਰਨ ਦੇ ਲਈ ਕੋਈ ਦੂਜੇ ਰਾਹ ਨੂੰ ਨਾ आप ਅਪਣਾਈਏ। खरे मार्ग पर चले, परमेश्वर आपको दे देंगे। ਆਪਾਂ ਸੱਚਾਈਆਂ ਦੇ ਰਾਹਾਂ ਦੇ ਉੱਤੇ ਚੱਲੀਏ ਪਰਮੇਸ਼ਰ ਆਪੇ ਹੀ ਸਾਨੂੰ ਦੇ एक ਦੂਗਾ। दिन ये सब कुछ हम छड़ के चले जाएंगे। ਇੱਕ ਦਿਨ ਆਪਾਂ ਸਾਰਾ ਕੁਝ ਛੱਡ ਜਾਣਾ ਹੈ। आपकी सुंदर सुंदर मकान है वो छोड़ देंगे, ਤੁਹਾਡੇ ਸੋਹਣੇ ਸੋਹਣੇ ਘਰ ਵੀ ਆਪਾਂ ਛੱਡ ਦੇਣੇ ਆ। आपकी सुंदर जीवन साथी और बच्चों को आप छोड़ देंगे, ਤੁਹਾਡਾ ਸੋਹਣਾ ਜੀਵਨ ਸਾਥੀ ਤੇ ਬੱਚੇ ਵੀ ਛੱਡ ਦੇਣੇ ਆਪਾਂ। आपकी जमीन सोना चांदी धन सब कुछ आप छोड़ देंगे। ਸਾਡੀ ਜ਼ਮੀਨ ਸੋਨਾ ਚਾਂਦੀ ਧਨ ਮਾਲ ਸਭ ਛੱਡ ਦੇਣਾ ਆਪਾਂ। ऐसे एक दिन आएंगे ये सब छड़ के आपको जाना ਫਿਰ ਇਹੋ पड़ेगा। ਜਿਹਾ ਦਿਨ ਆਊਗਾ ਸਾਰਾ ਕੁਝ ਛੱਡ ਕੇ ਆਪਾਂ ਨੂੰ ਜਾਣਾ ਪਵੇਗਾ। लेकिन मूर्ख मनुष्य कैसे हैं? ਪਰ ਨਾ ਸਮਝ ਬੰਦਾ ਕਿੱਦਾਂ ਹੈ? मूर्ख मनुष्य धन इकट्ठे करी जाते हैं, ਨਾ ਸਮਝ ਆ ਜਿਹੜਾ ਉਹ ਧਨ ਮਾਲ ਨੂੰ ਜਮਾ ਹੀ ਕਰੀ ਜਾਂਦਾ ਹੈ। मौत तक धन को इकट्ठे करते हैं। ਮਰਨ ਤੱਕ ਉਹ ਧਨ ਨੂੰ ਜਮਾ ਹੀ ਕਰੀ ਜਾਂਦਾ। बाइबल कहते हैं ਬਾਣੀ ਕਹਿੰਦੀ ਹੈ मूर्ख धन इकट्ठे करते हैं, ਨਾ ਸਮਝ ਧਨ ਨੂੰ ਜਮਾ ਕਰ ਲੈਂਦਾ, दूसरे के लिए छोड़ के चले जाते, ਦੂਜੇ ਵਾਸਤੇ ਉਹ ਛੱਡ ਜਾਂਦਾ। उसको मालूम नहीं कौन अनुभव करेगा, ਉਹਨੂੰ ਪਤਾ ਨਹੀਂ ਹੁੰਦਾ ਦੁਬਾਰਾ ਉਹਨੂੰ ਕੌਣ ਲਊਗਾ। कौन अनुभव करेगा उसको नहीं पता। ਉਹ ਨਹੀਂ ਜਾਣਦਾ ਉਹਨੂੰ ਕੌਣ ਵਰਤੂਗਾ। लेकिन धर्मी ऐसा नहीं है। ਪਰ ਜਿਹੜਾ ਧਰਮੀ ਏਦਾਂ ਦਾ ਨਹੀਂ ਹੁੰਦਾ। धर्मी ਧਰਮੀ भंडार खोल के अनाज बांट देते, ਤੇ ਉਹ ਆਪਦੇ ਖਜ਼ਾਨਿਆਂ ਨੂੰ ਖੋਲ ਦਿੰਦਾ ਤੇ ਅਨਾਜ ਨੂੰ ਵੰਡ ਦਿੰਦਾ ਹੈ। गरीबों को बांट देते, ਉਹ ਗਰੀਬਾਂ ਨੂੰ ਵੰਡ ਦਿੰਦਾ ਹੈ। धन दौलत को बांट देते, ਧਨ ਮਾਲ ਨੂੰ ਵੰਡ ਦਿੰਦਾ ਉਹ। अनाज बांट देते, ਅਨਾਜ ਨੂੰ ਵੰਡ ਦਿੰਦਾ ਉਹ। कपड़े बांट देते, ਕੱਪੜਿਆਂ ਨੂੰ ਵੰਡ ਦਿੰਦਾ ਉਹ। पटुआ से बांट देते। ਆਪਦੇ ਥੈਲੀ ਚੋਂ ਵੰਡ ਦਿੰਦਾ ਉਹ। देने से कभी खत्म नहीं होता, ਤਾਂ ਦੇਣ ਦੇ ਨਾਲ ਕਦੀ ਮੁੱਕਦਾ ਨਹੀਂ। देने वालों को और प्रभु दे देते हैं। ਜਿਹੜਾ ਦਿੰਦਾ ਉਹਨੂੰ ਹੋਰ ਦਿੱਤਾ ਜਾਂਦਾ ਹੈ। इस डिसिप्लिन प्रभु की वजह
वचन से हम सीखना ਇਹ है। ਅਨੁਸ਼ਾਸਨ ਪ੍ਰਭੂ ਤੋਂ ਆਪਾਂ ਸਿੱਖਣਾ ਆ। आपकी रोटी दूसरे को देने से कभी भी आप भूखे नहीं रहेंगे। ਤੁਹਾਡਾ ਭੋਜਨ ਦੂਜਿਆਂ ਨੂੰ ਦੇਣ ਦੇ ਨਾਲ ਤੁਸੀਂ ਭੁੱਖੇ ਨਹੀਂ ਰਹੋਗੇ। आपके कपड़ा दूसरे को देने से कपड़े में आपको कोई कमी नहीं होगा। ਤੁਸੀਂ ਆਪਦੇ ਕੱਪੜੇ ਦੂਜਿਆਂ ਨੂੰ ਦਿੰਦੇ ਹੋ ਤਾਂ ਤੁਹਾਨੂੰ ਕੋਈ ਥੋੜ ਨਹੀਂ यदि ਹੋਵੇਗੀ। आप प्रभु से प्रेम रखता है तो यीशु मसीह को प्रेम करते हैं तो परमेश्वर एक दूसरे की चेहरे में आपको दिखाई देंगे। ਜੇ ਤੁਸੀਂ ਯੀਸ਼ੂ ਮਸੀਹ ਨੂੰ ਪਿਆਰ ਕਰਦੇ ਹੋ ਤਾਂ ਸੱਚਮੁੱਚ ਦੂਜੇ ਨੂੰ ਪਤਾ ਲੱਗੂਗਾ ਕਿ ਯੀਸ਼ੂ ਮਸੀਹ ਤੁਹਾਡੇ ਚਿਹਰੇ ਤੋਂ ਪ੍ਰਗਟ ਹੋਵੇਗਾ। मैंने बठिंडा में कई घरों में ध्यान दी है। ਬਠਿੰਡੇ 'ਚ ਕਈ ਘਰਾਂ 'ਚ ਧਿਆਨ ਦਿੱਤਾ। कोई गरीब आकर रोटी मांगे, कोई गरीब आके कपड़े मांगे तो उनको ढांड के भगा देंगे। ਕੋਈ ਗਰੀਬ ਆਂਦਾ ਕੰਗਾਲ ਆਂਦਾ ਉਹਨੂੰ ਰੋਟੀ ਜਾਂ ਕੋਈ ਕੱਪੜੇ ਮੰਗੂਗਾ ਤਾਂ ਉਹਨੂੰ ਝਿੜਕ ਕੇ ਦਬਕਾ ਮਾਰ ਕੇ ਭਜਾ ਦੇਣਗੇ। कोई जानवर आए तो सारी लेके उनको मुंह में डाल देंगे। ਕੋਈ ਜਾਨਵਰ ਪਸ਼ੂ ਡੰਗਰ ਆਊਗਾ ਤਾਂ ਸਾਰਾ ਕੁਝ ਲਿਆ ਕੇ ਉਹਦੇ ਮੂੰਹ 'ਚ मनुष्य को कुछ समझते नहीं है, ਪਰ ਇਨਸਾਨ ਨੂੰ ਕੁਝ ਨਹੀਂ ਸਮਝਦੇ। क्योंकि शैतान ने लोगों का बुद्धि बांध रखे हैं। ਕਿਉਂਕਿ ਸ਼ੈਤਾਨ ਨੇ ਲੋਕਾਂ ਦੀ ਜਿਹੜੀ ਬੁੱਧ ਨੂੰ ਬੰਨਿਆ ਹੋਇਆ ਹੈ। क्योंकि लोगों के अंदर स्वार्थता है। ਲੋਕਾਂ ਦੇ ਅੰਦਰ ਇੱਕ ਮਤਲਬੀ ਬਣਿਆ। इस स्वार्थता के कारण प्रभु से प्रेम नहीं रख पाते। ਇਹ ਮਤਲਬੀ ਬਣ ਹੋਣ ਦੇ ਕਰਕੇ ਉਹ ਪ੍ਰਭੂ ਨੂੰ ਪਿਆਰ ਨਹੀਂ ਕਰ ਪਾते। यदि तुम परमेश्वर अब्राहम को वायदा किया, इसहाक को वायदा किया, याकूब की वायदा किया हुआ आशीषों को प्राप्त करने के लिए प्रभु से प्रेम करना होगा। ਤਾਂ ਅਬਰਾਹਮ ਇਸਹਾਕ ਤੇ ਯਾਕੂਬ ਨੂੰ ਜਿਹੜੇ ਵਾਅਦੇ ਕੀਤੇ ਹੋਈਆਂ ਬਰਕਤਾਂ ਹੈ ਤਾਂ ਉਹ ਆਪਾਂ ਲੈਣ ਵਾਸਤੇ ਪਰਮੇਸ਼ਰ ਨੂੰ ਪਿਆਰ ਕਰਨਾ ਹੋਊਗਾ। कैसे मालूम तुम प्रभु से प्रेम रखते हो? ਕਿੱਦਾਂ ਪਤਾ ਲੱਗਿਆ ਆਪਾਂ ਪ੍ਰਭੂ ਨੂੰ ਪਿਆਰ ਕਰਦੇ ਆ? यूहन्ना की पत्री में लिखा है, ਯੋਹੰਨਾ ਦੇ ਖੱਤ ਵਿੱਚ ਲਿਖਿਆ ਹੋਇਆ यदि ਹੈ तुम परमेश्वर की आज्ञाकारी बनेगा ਜੇ ਪਰਮੇਸ਼ਰ ਦੇ ਹੁਕਮਾਂ ਦੇ ਪਾਲਣਾ ਕਰੋਗੇ ਤਾਂ तब जानते तुम प्रभु से प्रेम रखते हो। ਤਾਂ ਪਤਾ ਲੱਗ ਜੂਗਾ ਤੁਸੀਂ ਪ੍ਰਭੂ ਨਾਲ ਪਿਆਰ ਕਰਦੇ ਹੋ। आप परमेश्वर से प्रेम रखने वाले, that means you will follow the word of God. ਜੇ ਆਪਾਂ ਪਰਮੇਸ਼ਰ ਨੂੰ ਪਿਆਰ ਕਰਦੇ ਦਾ ਮਤਲਬ ਆਪਾਂ ਪਰਮੇਸ਼ਰ ਦੇ ਵਚਨ ਨੂੰ ਪਾਲਣਾ ਕਰਦੇ You ਹਾਂ। will obey the word of God. ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਦੇ ਹਾਂ। आप परमेश्वर के वचन को पालन करोगे। ਪਰਮੇਸ਼ਰ ਦੇ ਵਚਨ ਦੀ ਆਪਾਂ ਪਾਲਣਾ ਕਰਾਂਗੇ। परमेश्वर के वचन से पालन करने से मालूम है आप प्रभु से प्रेम रखते हो। ਪਰਮੇਸ਼ਰ ਦੇ ਵਚਨ ਦੀ ਜਦੋਂ ਆਪਾਂ ਪੂਰਾ ਕਰਦੇ ਹਾਂ ਫਿਰ ਪਤਾ ਲੱਗਦਾ ਆਪਾਂ ਪਰਮੇਸ਼ਰ ਨੂੰ ਪਿਆਰ ਕਰਦੇ ਹਾਂ। स्वर्गीय आशीषों को हासिल करने के लिए नंबर 1 परमेश्वर से प्रेम रखना है। स्वर्ग ਦੀਆਂ ਬਰਕਤਾਂ ਨੂੰ ਆਪਾਂ ਲੈਣਾ ਤਾਂ ਪਹਿਲੀ ਗੱਲ ਆਪਾਂ ਪਰਮੇਸ਼ਰ ਨੂੰ ਪਿਆਰ ਕਰਨਾ ਹੈ। दूसरी बात है परमेश्वर से अगुवाई को प्राप्त करें। ਦੂਜੀ ਗੱਲ ਹੈ ਪਰਮੇਸ਼ਰ ਦੇ ਸ਼ਬਦਾਂ ਨੂੰ ਆਪਾਂ ਅਗਵਾਈ ਨੂੰ ਸੁਣਦੇ ਰਹੀਏ। परमेश्वर से सुन ले। ਪਰਮੇਸ਼ਰ ਤੋਂ ਆਪਾਂ ਸੁਣੀਏ। यदि हमारा कान बंद है, ਜੇ ਆਪਣੇ ਕੰਨ ਬੰਦ ਆ ਤਾਂ कान खोल के सुने, ਕੰਨ ਖੋਲੀਏ ਤੇ ਸੁਣੀਏ। परमेश्वर की आवाज सुन ले। ਪਰਮੇਸ਼ਰ ਦੇ ਸ਼ਬਦਾਂ ਨੂੰ ਸੁਣੀਏ। परमेश्वर आपसे बात कर रहे हैं, ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ ਹੈ। रिटेन वचन के द्वारा बात कर रहे ਇਹ हैं। ਲਿਖਿਤ ਸ਼ਬਦਾਂ ਦੇ ਦੁਆਰਾ ਉਹ ਗੱਲ ਕਰ ਰਿਹਾ ਹੈ। परमेश्वर आपसे बात कर रहे हैं। ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ ਹੈ। प्रभु से कहे प्रभु मेरे कान खोल दे, ਪ੍ਰਭੂ ਨੂੰ ਆਖੀਏ ਮੇਰੇ ਕੰਨਾਂ ਨੂੰ ਖੋਲ ਦਿਓ। मेरी आत्मिक कान को खोल दे, ਰੂਹਾਨੀ ਕੰਨਾਂ ਨੂੰ ਖੋਲ ਦਿਓ ताकि परमेश्वर की आवाज सुन ਤਾਂ ਕਿ सके। ਪਰਮੇਸ਼ਰ ਦੀ ਬਾਣੀ ਨੂੰ ਸੁਣ ਸਕੀਏ। परमेश्वर की आशीषों को हासिल करने के लिए परमेश्वर की आवाज हम सुनने वाले हो। ਪਰਮੇਸ਼ਰ ਦੀਆਂ ਬਰਕਤਾਂ ਨੂੰ ਲੈਣ ਦੇ ਲਈ ਪਰਮੇਸ਼ਰ ਦੀ ਬਾਣੀ ਨੂੰ ਸੁਣਨ ਵਾਲੇ ਹੋਈਏ। अब्राहम आशीष पाए, ਅਬਰਾਹਮ ਨੇ ਬਰਕਤ ਪਾਈ। इसहाक आशीष पाए, इसहाक ने बरकत पाई। याकूब आशीष पाए। याकूब ने बरकत पाई। उस आशीषों में मैं और आप सहभागी रहना है। ਉਹ ਬਰਕਤਾਂ ਵਿੱਚ ਮੈਂ ਤੇ ਤੁਸੀਂ ਹਿੱਸੇਦਾਰ ਰਹਿਣਾ। मैं और आप अब्राहम के पोते और पोतियां हैं। ਮੈਂ ਤੇ ਤੁਸੀਂ ਅਬਰਾਹਮ ਦੇ ਪੋਤੇ ਪੋਤੀਆਂ। यीशु मसीह की आशीषों को, यीशु मसीह के द्वारा अब्राहम की आशीषों को प्राप्त करें। ਯੀਸ਼ੂ ਦੇ ਦੁਆਰਾ ਉਹ ਅਬਰਾਹਮ ਦੀਆਂ ਬਰਕਤਾਂ ਨੂੰ ਆਪਾਂ ਲਈਏ। अब्राहम की आशीषें सोच नहीं सकता। ਅਬਰਾਹਮ ਦੀਆਂ ਬਰਕਤਾਂ ਨੂੰ ਆਪਾਂ ਸੋਚ ਵੀ ਨਹੀਂ ਸਕਦੇ। अब्राहम को जब परमेश्वर ने बुलाए, ਅਬਰਾਹਮ ਨੂੰ ਜਦੋਂ ਪਰਮੇਸ਼ਰ ਨੇ ਸੱਦਿਆ ਸੀ परमेश्वर उसको ब्लेस किया है, ਪਰਮੇਸ਼ਰ ਨੇ ਉਹਨੂੰ ਬਰਕਤ ਕੀਤਾ। परमेश्वर के साथ चलते ਉਹ थे, ਪ੍ਰਭੂ ਦੇ ਨਾਲ ਚੱਲਦਾ ਸੀ। प्रभु से मित्र रखते थे, ਪ੍ਰਭੂ ਦੇ ਨਾਲ ਦੋਸਤੀ ਰੱਖਦਾ ਸੀ। परमेश्वर से बात करते थे, ਪ੍ਰਭੂ ਦੇ ਨਾਲ ਗੱਲ ਕਰਦੇ ਸੀ। परमेश्वर उससे भी बात करते थे, ਪਰਮੇਸ਼ਰ ਵੀ ਉਹਦੇ ਨਾਲ ਗੱਲ ਕਰਦੇ ਸੀ। हमेशा बात करते थे। ਉਸ ਦਾ ਗੱਲਾਂ ਚ ਕਰਦੇ जैसे ਸੀ आप मेरे से बात कर सकते हैं, ਜਿੱਦਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। परमेश्वर उससे बात करते थे। ਪਰਮੇਸ਼ਰ ਉਸ ਦੇ ਨਾਲ ਗੱਲ ਕਰਦਾ ਸੀ। परमेश्वर की धार्मिकता के रास्ता पर चले, ਪਰਮੇਸ਼ਰ ਦੇ ਧਾਰਮਿਕਤਾ ਦੇ ਰਾਹ ਤੇ ਚੱਲੇ। वो आशीषें पीढ़ी में चले गए। ਉਹਦੀਆਂ ਬਰਕਤਾਂ ਉਹਦੇ ਵੰਸ਼ ਚ यदि ਚਲੀਆਂ आप ਗਈਆਂ। प्रभु की रास्ता पर चलोगे, ਜੇ ਤੁਸੀਂ ਪ੍ਰਭੂ ਦੇ ਰਾਹ ਤੇ ਚੱਲੋਗੇ परमेश्वर ने आपके लिए रखा हुआ आशीषें ਪ੍ਰਭੂ ਨੇ ਜਿਹੜੀਆਂ ਤੁਹਾਡੀਆਂ ਲਈ ਬਰਕਤਾਂ आपकी ਰੱਖੀਆਂ पीढ़ी में ट्रांसफर हो जाएंगे, ਤਾਂ ਤੁਹਾਡੇ ਵੰਸ਼ ਦੇ ਵਿੱਚ ਬਦਲੀਆਂ आपकी ਜਾਣਗੀਆਂ। पीढ़ी में चले ਤੁਹਾਡੇ जाएंगे। ਵੰਸ਼ ਚ ਚਲੀਆਂ यदि ਜਾਣਗੀਆਂ। हम परमेश्वर की रास्ता पर नहीं चलेंगे, ਜੇ ਆਪਾਂ ਪ੍ਰਭੂ ਦੇ ਰਾਹ
ਰਾਹਾਂ ਤੇ ਨਹੀਂ ਚੱਲਦੇ ਤਾਂ हम स्वार्थता में रहेंगे, ਆਪਾਂ ਉਸ ਮਤਲਬੀਪਨ शरीर की अभिलाषा में रहेंगे, ਦੇਹ ਦੀਆਂ ਲਾਲਸਾਂ 'ਚ ਰਵਾਂਗੇ, पाप में रहेंगे, ਗੁਨਾਹਾਂ 'ਚ ਰਹਾਂਗੇ, धन की लालच में ਧਨ रहेंगे, ਦੇ ਲੋਭ 'ਚ इस ਰਹਾਂਗੇ, संसार की रीति रिवाज पर रहेंगे। ਇਹ ਦੁਨੀਆਦਾਰੀ ਦੇ ਰਿਵਾਜਾਂ 'ਚ प्रभु ਰਵਾਂਗੇ। के आशीषों को पास प्राप्त करने की जगह पर परमेश्वर की ब्लेसिंग हम नहीं पा सकते हैं, ਪ੍ਰਭੂ ਦੀਆਂ ਬਰਕਤਾਂ ਨੂੰ ਲੈਣ ਦੀ ਜਗ੍ਹਾ ਆਪਾਂ ਪਰਮੇਸ਼ਰ ਦੀਆਂ ਜਿਹੜੀਆਂ ਬਰਕਤਾਂ ਨੂੰ ਲੈ ਨਹੀਂ ਪਾਵਾਂਗੇ, नहीं पा सकते ਆਪਾਂ हैं, ਨਹੀਂ ਲੈ ਸਕਦੇ। नई पीढ़ी पा सकते हैं, ਨਵੀਂ ਜਿਹੜੀ ਵੰਸ਼ ਆਊਗਾ ਉਹ ਪਾਊਗਾ, नहीं पा सकते ਉਹ हैं, ਵੀ ਨਹੀਂ ਪਾ ਸਕਦਾ। क्योंकि हम प्रभु में नहीं चले। ਆਪਾਂ ਪ੍ਰਭੂ 'ਚ ਨਹੀਂ ਚੱਲੇ ਤਾਂ लेकिन हम प्रार्थना करें पीढ़ी को भी कान, आंखें, बुद्धि को प्रभु खोले। ਤੇ ਆਪਾਂ ਇਹ ਦੁਆ ਕਰੀਏ ਕਿ ਸਾਡੇ ਜਿਹੜੇ ਬੱਚੇ ਆ ਔਲਾਦਾਂ ਉਹਨਾਂ ਦੇ ਵੀ ਪਰਮੇਸ਼ਰ ਬੁੱਧ ਖੋਲ ਦੇਣ, ਉਹਨਾਂ ਦੇ ਕੰਨ ਖੋਲ ਦੇਣ ਤੇ ਉਹਨਾਂ ਦੀਆਂ ਅੱਖਾਂ ਨੂੰ ਖੋਲ ਦੇਣ। मैंने बहुत सारे लोगों को देखा है ਬਹੁਤ ਸਾਰੇ ਲੋਕਾਂ ਨੂੰ ਵੇਖਿਆ टेढ़े मेढ़े काम करते हैं, ਬਹੁਤ ਗਲਤ ਕੰਮ ਕਰਦੇ ਆ ਉਹ, उसका पीढ़ी में आशीष नहीं देखा ਫਿਰ है, ਉਹਦੇ ਗਾਂ ਬੱਚਿਆਂ 'ਚੋਂ ਬਰਕਤਾਂ ਨਹੀਂ ਵੇਖੀਆਂ, उनकी पीढ़ी में आशीष नहीं देखा ਉਹਨਾਂ है। ਦੇ ਬੱਚਿਆਂ 'ਚੋਂ ਬਰਕਤਾਂ ਨਹੀਂ ਦੇਖੀਆਂ। मैं पंजाब में करोड़ों नहीं अरबों पतियों को जानते हैं, ਪੰਜਾਬ ਦੇ ਵਿੱਚ ਕਰੋੜਾਂ ਨਹੀਂ ਅਰਬਾਂ ਪਤੀ ਇਹਨੂੰ ਜਾਣਦੇ ਆ, जो सारे बठिंडा को खरीद सकते हैं, ਜੋ ਸਾਰੇ ਬਠਿੰਡੇ ਨੂੰ ਵੀ ਮੁੱਲ ਲੈ ਸਕਦੇ ਆ, लेकिन वो टेढ़े रास्ता में चले, टेढ़े रीति से धन दौलत को इकट्ठे की ਤੇ ਉਹ ਉਲਟੇ ਰਾਹਾਂ ਤੇ ਚੱਲਿਆ ਤੇ ਉਲਟੇ ਤਰੀਕੇ ਦੇ ਨਾਲ ਉਹਨਾਂ ਨੇ ਧਨ ਮਾਲ ਨੂੰ ਜਮਾ और ਕੀਤਾ, उनको पीढ़ी अच्छी नहीं देखा है। ਪਰ ਉਹਨਾਂ ਦੇ ਗਾਂ ਜਿਹੜੇ ਬੱਚੇ ਔਲਾਦਾਂ ਚੰਗੀਆਂ ਨਹੀਂ ਹੋਈਆਂ। मैंने देखा एक नंबर में जीवन बिताने वाले लोग, ਮੈਂ ਵੇਖਿਆ ਜਿਹੜੇ ਸੱਚਾਈ 'ਚ ਜ਼ਿੰਦਗੀ ਗੁਜ਼ਾਰਨ ਵਾਲੇ, बुराई से दूर रहने वाले, ਪਾਪ ਤੋਂ ਦੂਰ ਰਹਿਣ ਵਾਲੇ ਲੋਕ, हर एक गंदगी से दूर रहने वाले, ਹਰੇਕ ਬੁਰਾਈਆਂ ਤੋਂ ਦੂਰ ਰਹਿਣ ਵਾਲੇ उनकी ਲੋਕ, पीढ़ी, उनकी बच्चे, उनकी औलाद अच्छी होते हुए देखा है। ਉਹਨਾਂ ਦੀ ਜਿਹੜੀ ਪੀੜ੍ਹੀ ਤੇ ਉਹਨਾਂ ਦੇ ਗਾਂ ਬੱਚੇ ਆ ਬਹੁਤ ਆਸ਼ੀਸ਼ਮय ਹੁੰਦੇ ਵੇਖੇ ਆ। हम परमेश्वर अब्राहम प्रभु में चले हैं, ਅਬਰਾਹਮ ਪ੍ਰਭੂ ਦੇ ਵਿੱਚ ਚੱਲੇ, उसकी वंश, उसके बेटा इसहाक बढ़ते बढ़ते महाधनी हो गया है, ਉਹਦਾ ਗਾਂ ਜਿਹੜਾ ਪੁੱਤਰ ਇਸਹਾਕ ਵੱਧਦਾ ਇੱਕ ਬਹੁਤ ਧਨਵਾਨ ਬਣ ਗਿਆ। और उसकी बेटे याकूब भी बड़ा धन संपत्ति वाले हो ਉਹਦਾ गए। ਗਾਂ ਜਿਹੜਾ ਪੁੱਤਰ ਯਾਕੂਬ ਸੀ ਉਹ ਵੀ ਬੜਾ ਧਨਵਾਨ ਵਾਲਾ उसकी ਬਣ ਗਿਆ। वंश इस्राएल की लोग सारी दुनिया में फैले हुए, सारे दुनिया में नंबर 1 है। ਤੇ ਉਹਦੇ ਜਿਹੜੇ ਗਾਂ ਨਸਲਾਂ, ਉਹਦੇ ਜਿਹੜੇ ਬੱਚੇ ਆ ਉਹ ਸਾਰੇ ਇਸرائیਲੀ ਲੋग ਇਹ ਪੂਰੇ ਸੰਸਾਰ ਦੇ ਵਿੱਚ ਫੈਲੇ ਹੋਏ ਤੇ ਬਹੁਤ ਹੀ ਬਰਕਤ ਪਾਏ। सारी यहूदी लोग अब्राहम की बच्चे हैं, ਸਾਰੇ ਯਹੂਦੀ ਜਿਹੜੇ ਅਬਰਾਹਮ ਦੀ ਸੰਤਾਨ ਹੈ, उस वंशों में परमेश्वर की आशीष है, ਉਹ ਕਬੀਲੇ ਦੇ ਵਿੱਚ ਪਰਮੇਸ਼ਰ ਦੀ ਬਰਕਤ ਹੈ। वर्ल्ड में नंबर 1 है, ਸੰਸਾਰ 'ਚ ਪਹਿਲੇ ਨੰਬਰ 'ਚ ਨੇ ਉਹ। अमेरिका में बिजनेस वालों में नंबर 1 है, ਅਮਰੀਕਾ 'ਚ ਜੇ ਵਪਾਰੀ ਹੈ ਤਾਂ ਉਹ ਪਹਿਲੇ ਨੰबर ਤੇ ਉਹੀ ਨੇ ਉਹ। टेक्नोलॉजी में नंबर 1 है। ਟੈਕਨੋਲੋਜੀ ਦੇ ਵਿੱਚ ਉਹ ਨੰਬਰ 1 ਨੇ ਉਹ। आज हम इस्तेमाल करते हैं सारे टेक्नोलॉजी उनकी है, ਅੱਜ ਆਪਾਂ ਜਿੰਨੀ ਵੀ ਟੈਕਨੋਲੋਜੀ ਨੂੰ ਵਰਤਦੇ ਆ ਉਹ ਸਾਰੀ ਉਹਨਾਂ ਦੀ ਹੈ। व्हाट्सएप उनकी है, WhatsApp ਉਹਨਾਂ ਦਾ ਹੈ, फेसबुक उनकी है, Facebook ਉਹਨਾਂ ਦਾ ਹੈ, कंप्यूटर उनके हैं, ਕੰਪਿਊਟਰ ਉਹਨਾਂ ਦਾ ਹੈ, मोबाइल उनके हैं, ਮੋਬਾਈਲ ਉਹਨਾਂ ਦਾ ਹੈ, तक कि वे सारे मेडिसिन उनकी है, ਤਾਂ ਲਗਭਗ ਸਾਰੀਆਂ ਦਵਾਈਆਂ ਹੀ ਉਹਨਾਂ ਦੀਆਂ ਨੇ। सारी टेक्नोलॉजी उनके हाथ में है, ਸਾਰੀ ਟੈਕਨੋਲੋਜੀ ਉਹਨਾਂ ਦੇ ਹੱਥ क्योंकि ਵਿੱਚ ਹੈ। परमेश्वर की बुद्धि, ज्ञान और समझ दी है। ਪਰਮੇਸ਼ਰ ਨੇ ਉਹਨਾਂ ਨੂੰ ਇੰਨਾ ਬੁੱਧ ਤੇ ਗਿਆਨ ਤੇ मैं ਸਮਝ आपसे एक बात कहना चाहते हैं, ਮੈਂ ਤੁਹਾਨੂੰ ਇੱਕ ਗੱਲ ਕਹਿਣਾ यदि आप ਚਾਹੁੰਦਾ, परमेश्वर के साथ चलने वाले हो, ਜੇ ਤੁਸੀਂ ਪ੍ਰਭੂ ਦੇ ਨਾਲ ਚੱਲਣ ਵਾਲੇ ਹੋ, परमेश्वर की ज्ञान, बुद्धि, ब्लेसिंग, आशीषें केवल आप नहीं, आपकी पीढ़ी भी अनुभव ਤਾਂ करेगा। ਪਰਮੇਸ਼ਰ ਦਾ ਗਿਆਨ, ਉਹਦੀ ਬੁੱਧ ਤੇ ਉਹਦੀਆਂ ਜਿਹੜੀਆਂ ਬਰਕਤਾਂ ਤੁਸੀਂ ਹੀ ਨਹੀਂ, ਗਾਂ ਤੁਹਾਡੇ ਨਸਲਾਂ, ਤੁਹਾਡੇ ਬੱਚੇ ਵੀ ਲੈਣਗੇ। परमेश्वर की वचन इस प्रकार से कहते हैं, ਪਰਮੇਸ਼ਰ ਦੀ ਬਾਣੀ ਇਸ ਤਰ੍ਹਾਂ ਆਪਾਂ ਨੂੰ ਆਖਦੀ ਹੈ, अब्राहम को जो परमेश्वर ने वायदा किया हुआ आशीषों को प्राप्त करने के लिए क्या करना? प्रभु से प्रेम करना, नंबर 2 उसकी सुनना, नंबर 3 उसकी आज्ञाकारी बनना है। ਅਬਰਾਹਮ ਨੂੰ ਜਿਹੜੇ ਪਰਮੇਸ਼ਰ ਨੇ ਜੋ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਜੇ ਆਪਾਂ ਲੈਣਾ, ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ? ਸਭ ਤੋਂ ਪਹਿਲੀ ਗੱਲ ਪਰਮੇਸ਼ਰ ਦੇ ਨਾਲ ਪਿਆਰ ਕਰਨਾ ਪਊਗਾ, ਦੂਜੀ ਉਹਦੀ ਬਾਣੀ ਨੂੰ ਸੁਣ ਕੇ ਉਹਦੇ ਅਨੁਸਾਰ ਚੱਲਣਾ ਪਊਗਾ, ਤੀਸਰਾ ਉਹਦਾ ਆਗਿਆਕਾਰੀ ਬੱਚੇ ਬਣ ਕੇ ਰਹਿਣਾ ਪਊਗਾ। बाइबल कहते हैं, ਬਾਣੀ ਕਹਿੰਦੀ ਹੈ, कहना मानना, आज्ञा मानना बलि चढ़ाने से उत्तम है। ਆਗਿਆ ਮੰਨਣਾ ਕੁਰਬਾਨੀ ਦੇਣ ਤੋਂ ਚੰਗਾ ਆ। कुर्बानी नहीं बड़ी बात, आज्ञा मानना बड़ी बात है। ਬਲੀਦਾਨ ਦੇਣਾ ਉਹ ਵੱਡੀ ਗੱਲ ਨਹੀਂ ਹੈ, ਪਰ ਹੁਕਮ ਨੂੰ ਮੰਨਣਾ ਵੱਡੀ ਗੱਲ ਹੈ।
परमेश्वर की आज्ञा माने, ਪਰਮੇਸ਼ਰ ਦੇ ਹੁਕਮਾਂ ਨੂੰ ਮੰਨੀਏ उसके अनुसार माता पिता की आज्ञा माने, ਤੇ ਉਹਦੇ ਅਨੁਸਾਰ ਮਾਪਿਆਂ ਦੇ ਵੀ ਕਹਿਣਾ ਮੰਨੀਏ। आत्मिक गुरुओं को आज्ञा को पालन करें, ਜਿਹੜੇ ਰੂਹਾਨੀ ਮਾਪਿਓ ਆ ਉਹਨਾਂ ਦਾ ਵੀ ਕਹਿਣਾ ਮੰਨੀਏ। कलीसिया की अगुवाओं को आत्मिक माता पिता की कहना माने, ਤਾਂ ਜਿਹੜੇ ਸੰਗਤ ਦੇ ਵਿੱਚ ਪਰਮੇਸ਼ਰ ਦੇ ਠਹਿਰਾਏ ਅਗੁਏ ਮਾਪਿਓ ਨੇ ਆਤਮਕ ਉਹਨਾਂ ਦਾ ਕਹਿਣਾ ਮੰਨੀਏ, वचन की आज्ञा माने, ਵਚਨ ਦਾ ਕਹਿਣਾ ਮੰਨੀਏ। उत्पत्ति किताब से लेके प्रकाश वाक्य तो जो प्रभु की वचन को पालन करें, ਉਤਪਤੀ ਪੁਸਤਕ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਉਹਦੇ ਕਲਾਮ ਦਾ ਕਹਿਣਾ ਮੰਨੀਏ ਚੱਲੀਏ। परमेश्वर की कहना मानने वाला नहीं मानने वाले, प्रभु से प्रेम रखने वाला नहीं रखने वाले, दोनों में परमेश्वर फर्क दिखाएंगे। ਜਿਹੜੇ ਪ੍ਰਭੂ ਦੇ ਆਗਿਆਕਾਰੀ ਹਨ ਤੇ ਜਿਹੜੇ ਨਹੀਂ ਹਨ, ਜਿਹੜੇ ਪਰਮੇਸ਼ਰ ਨੂੰ ਪਿਆਰ ਕਰਦੇ ਨੇ ਤੇ ਜਿਹੜੇ ਨਹੀਂ ਕਰਦੇ, ਪਰਮੇਸ਼ਰ ਦੋਨਾਂ ਚ ਅੰਤਰ ਵਿਖਾਣਗੇ। नंबर 1 प्रेम करें, ਪਹਿਲੀ ਗੱਲ ਪਿਆਰ ਕਰੀਏ। नंबर 2 प्रभु से सुने, ਦੂਜੀ ਗੱਲ ਪ੍ਰਭੂ ਨੂੰ ਸੁਣੀਏ। नंबर 3 आज्ञाकारी बने, ਤੀਜੀ ਗੱਲ ਕਹਿਣਾ ਮੰਨੀਏ। नंबर 4 जुड़े रहें, ਤੇ ਚੌਥੀ ਗੱਲ ਹੈ ਕਿ ਆਪਾਂ ਲਿਪਟੇ ਰਹੀਏ, परमेश्वर के साथ जुड़े रहे। ਪਰਮੇਸ਼ਰ ਦੇ ਨਾਲ ਲਿਪਟੇ ਰਹੀਏ। हमारी परमेश्वर स्तुति में रहने वाले, ਸਾਡਾ ਪਰਮੇਸ਼ਰ ਤਾਰੀਫ ਚ ਰਹਿਣ आप ਵਾਲਾ। स्तुति में रहें, ਤਾਂ ਤੁਸੀਂ ਤਾਰੀਫ ਕਰਦੇ ਰਹੋ, प्रार्थना में रहें, दुआ ਦੇ ਵਿੱਚ ਰਹੋ, आराधना में रहें, आराधना करते रहो, सेवकाई में रहें, ਸੇਵਾ ਕਰਦੇ ਰਹੋ, जुड़े रहे। ਪ੍ਰਭੂ ਦੇ ਨਾਲ ਇੱਕ ਹੋ ਕੇ ਰਹੋ। ये ना बार बार आके तक्का देने के लिए कोई पीछे ना पड़े। ਇਹ ਨਾ ਕਿ ਤੁਹਾਨੂੰ ਕੋਈ ਜ਼ੋਰ ਜ਼ਬਰਦਸਤੀ ਕਰਨੀ ਪਵੇ ਤੁਹਾਡੇ ਮਗਰ ਲੱਗ ਕੇ। आत्मिक लोगों को कोई समझाने की जरूरत नहीं, अपने आप ही समझ लेते हैं। ਜਿਹੜੇ ਰੂਹਾਨੀ ਲੋਕ ਆ ਉਹਨਾਂ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਸਮਝ ਲੈਂਦੇ ਨੇ। आपके बच्चे आपको मानते हैं, आपको पालन करते हैं, आपकी वचन को पालन करते हैं। ਤੁਹਾਡੇ ਬੱਚੇ ਜੋ ਤੁਸੀਂ ਕਹਿੰਦੇ ਹੋ ਤੁਹਾਡਾ ਕਹਿਣਾ ਮੰਨਦੇ ਆ, ਉਹਦੇ ਉਹ ਪਾਲਣਾ ਕਰਦੇ ਆ ਤੁਹਾਡੀ। पराए बच्चे आपसे नहीं सुनेंगे, ਜਿਹੜੇ ਦੂਜੇ ਬੱਚੇ ਆ ਉਹ ਬੱਚੇ ਨਹੀਂ ਤੁਹਾਡੀ ਸੁਣਦੇ, आपके बच्चे आपसे सुनेंगे। ਤੁਹਾਡੇ ਬੱਚੇ ਹੀ ਤੁਹਾਡੀ ਸੁਣਦੇ। परमेश्वर के बच्चे परमेश्वर से सुनेंगे, ਪਰਮੇਸ਼ਰ ਦੇ ਜਿਹੜੇ ਬੱਚੇ ਆ ਪ੍ਰਭੂ ਦੇ ਹੀ ਸੁਣਦੇ। परमेश्वर के बच्चे प्रभु की वचन को पालन करेंगे। ਪਰਮੇਸ਼ਰ ਦੇ ਜਿਹੜੇ ਬੱਚੇ ਉਹਦੇ ਕਲਾਮ ਦੀ ਪਾਲਣਾ ਕਰਦੇ। उनको कंबल करना, पुश करने की जरूरत नहीं ਤੇ है। ਉਹਨਾਂ ਨੂੰ ਜ਼ੋਰ ਜ਼ਬਰਦਸਤੀ ਕਰਨ ਦੀ ਲੋੜ ਨਹੀਂ ਪਵੇਗੀ। कलीसिया में 2 प्रकार के लोगों बहुत आशीष के कारण है। ਸੰਗਤ ਚ ਦੋ ਤਰ੍ਹਾਂ ਦੇ ਜਿਹੜੇ ਲੋਕ ਨੇ ਉਹ ਬੜੀ ਬਰਕਤ ਦਾ ਕਾਰਨ ਨੇ। जिसको वचन जानते हैं, ਜਿਹੜੇ ਬਾਣੀ ਨੂੰ ਜਾਣਦੇ ਆ, उनको कलीसिया में लेके चलना इतनी आसान है क्योंकि परमेश्वर की वचन अच्छी तरह जानते हैं। ਉਹਨਾਂ ਨੂੰ ਸੰਗਤ ਦੇ ਵਿੱਚ ਲੈ ਕੇ ਚੱਲਣਾ ਬਹੁਤ ਹੀ ਸੌਖਾ ਹੈ ਕਿਉਂਕਿ ਉਹ ਬਾਣੀ ਨੂੰ ਸਮਝਦੇ ਆ। बीच में थोड़ा मोटा कोई ना कोई होते हैं, थोड़ा मोटा ज्ञान होते हैं, ਵਿੱਚ ਥੋੜੇ ਜਿਹੇ ਏਦਾਂ ਵੀ ਹੁੰਦੇ ਆ ਜਿਨ੍ਹਾਂ ਨੂੰ ਥੋੜੀ ਬਹੁਤ ਸਮਝ ਹੀ ਹੁੰਦੀ ਆ। नहीं जानते लेकिन थोड़ा सा समझते हैं। ਜਾਣਦੇ ਤਾਂ ਹੈ ਨਹੀਂ ਪਰ ਥੋੜਾ ਜਿਹਾ ਹੀ ਸਮਝਦੇ ਨੇ। उनको चलाना मुश्किल है। ਉਹਨਾਂ ਨੂੰ ਚਲਾਉਣਾ ਬਹੁਤ ਔਖਾ वो ਹੈ। पता क्या कहेंगे, ਪਤਾ ਕੀ ਆਖਣਗੇ, मेरे वर्गी कोई है ही नहीं, ਮੇਰੇ जैसा कोई है नहीं, मेरे जैसे ज्ञान किसी को नहीं, ਮੇਰੇ ਵਰਗੀ ਸਮਝ ਕਿਸੇ ਨੂੰ ਨਹੀਂ, मेरे जैसे समझ भी किसी को नहीं, ਮੇਰੇ ਵਰਗੀ ਬੁੱਧ ਕਿਸੇ ਨੂੰ ਹੈ ਨਹੀਂ, मेरे वर्गी कोई बंदा ही नहीं है। ਮੇਰੇ ਵਰਗਾ ਕੋਈ ਹੈ ਹੀ ਨਹੀਂ। ये मूर्खों की चिंता है। ਇਹ ਜਿਹੜੇ ਮੂਰਖ ਹੈ ਉਹਨਾਂ जिसकी वचन की ज्ञान और समझ है उसकी कलीसिया में चलाना बहुत आसान है। ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੀ ਇੱਕ ਸਮਝ ਹੈ ਉਹਨਾਂ ਨੂੰ ਸੰਗਤ ਚ ਚਲਾਣਾ ਬਹੁਤ ਔਖਾ दूसरा ਹੈ। है आत्मा पूर्णता में रहने वाले अभिषिक्त व्यक्ति कलीसिया के लिए बड़ी आशीष है। ਦੂਜੇ ਜਿਹੜੇ ਰੂਹ ਦੀ ਭਰਪੂਰੀ ਦੇ ਵਿੱਚ ਰਹਿਣ ਵਾਲੇ ਮਸਾ ਪਾਏ ਹੋਏ ਲੋਕ ਸੰਗਤ ਦੇ ਲਈ ਬਹੁਤ ਜ਼ਰੂਰੀ ਹੈ। कुछ लोग होते हैं आत्मा में थोड़ा मोटा हिलते हैं, कोई खास है ही नहीं पावर। ਤੇ ਕੁਝ ਲੋਕ ਨੇ ਰੂਹ ਦੇ ਵਿੱਚ ਥੋੜਾ ਬਹੁਤ ਹਿਲਜੁਲ ਕਰਦੇ ਆ, ਰੂਹ ਦੀ ਸ਼ਕਤੀ ਤਾਂ ਹੈ। उनके विचार है ये मेरे अंदर बहुत आत्मा है, ਉਹਨਾਂ ਦੀ ਖਿਆਲ ਇਹੀ ਹੈ ਮੇਰੇ ਅੰਦਰ ਰੂਹ ਬਹੁਤ ਹੈ, मेरे वर्गी आत्मा किसी को भी नहीं है। ਮੇਰੇ ਵਰਗੀ ਰੂਹ ਕਿਸੇ ਦੀ ਵੀ ਨਹੀਂ। लेकिन आत्मा पूर्णता में रहने वाले, बाइबल की ज्ञान में रहने वाले लोगों को कलीसिया के लिए बड़ी ब्लेसिंग के कारण है। ਜਿਹੜੇ ਰੂਹ ਦੀ ਭਰਪੂਰੀ ਦੇ ਵਿੱਚ ਰਹਿਣ ਵਾਲੇ ਤੇ ਪਰਮੇਸ਼ਰ ਦੇ ਵਚਨ ਦੇ ਗਿਆਨ ਰੱਖਣ ਵਾਲੇ ਲੋਕ ਹੈ, ਉਹ ਸੰਗਤ ਦੇ ਲਈ ਬਹੁਤ ਬਰਕਤ ਦਾ। ऐसे लोग टाइम पर प्रभु के चरणों में पहुंचते ਜਿਹੜੇ ਇਹੋ ਜਿਹੇ ਲੋਕ ਹੈ ਸਮੇਂ ਤੇ ਪ੍ਰਭੂ ਦੀ ਹਜ਼ੂਰੀ 'ਚ ਪਹੁੰਚਦੇ ਆ। ऐसे लोग संडे में कभी छुट्टी नहीं ਤੇ मारते, ਇਹੋ ਜਿਹੇ ਲੋਕ ਐਤਵਾਰ ਨੂੰ ਛੁੱਟੀ ਨਹੀਂ ਕਰਦੇ, सारे काम छोड़ के प्रभु के चरणों में पहुंचेंगे। ਸਾਰੇ ਕੰਮ ਛੱਡ ਦੇਣਗੇ ਪ੍ਰਭੂ ਦੀ ਹਜ਼ੂਰੀ 'ਚ ਪਹੁੰਚਣਗੇ। ऐसे लोग सेवा में सबसे आगे हैं, ਇਹੋ ਜਿਹੇ ਲੋਕ ਸੇਵਕਾਈ 'ਚ ਸਭ ਤੋਂ ਅੱਗੇ ਹੈ। ऐसे लोग प्रभु को देने में सबसे आगे हैं, ਇਹੋ ਜਿਹੇ ਲੋਕ ਪ੍ਰਭੂ ਨੂੰ ਦੇਣ 'ਚ ਸਭ ਤੋਂ ਅੱਗੇ ਹੈ। ऐसे लोग समझते हैं। ਇਹੋ ਜਿਹੇ ਲੋग ਸਮਝਦੇ चाहे ਨੇ। हमारे
हमारी जीवन में भी कमी रखें, खुदा की सेवा में हम कभी कमी नहीं रखना ਤਾਂ चाहिए। ਉਹ ਇਹ ਸਮਝਦੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਥੋੜ ਰਹਿ ਜੇ ਤਾਂ ਰਹਿ ਜੇ, ਪਰ ਪਰਮੇਸ਼ਵਰ ਦੀ ਸੇਵਾ 'ਚ ਥੋੜ ਨਹੀਂ ਰਹਿਣੀ क्योंकि ਚਾਹੀਦੀ, वचन की ज्ञान है, ਕਿਉਂਕਿ ਪਰਮੇਸ਼ਵਰ ਦੇ ਵਚਨ ਦੀ ਸਮਝ, क्योंकि उन पर अभिषेक है। ਕਿਉਂਕਿ ਉਹਨਾਂ ਦੇ ਉੱਤੇ ਮਸਾ ਆ। इस अभिषेक और परमेश्वर की वचन की ज्ञान दोनों मिलकर परफेक्ट हो जाते हैं। ਪਰਮੇਸ਼ਵਰ ਦਾ ਮਸਾ ਤੇ ਪਰਮੇਸ਼ਵਰ ਦੀ ਬਾਣੀ ਦੀ ਇੱਕ ਸਮਝ ਹੈ, ਜਦੋਂ ਦੋਨੋਂ ਮਿਲ ਜਾਂਦੇ ਆ ਤੇ ਸੰਪੂਰਨ ਬਣ ਜਾਂਦੇ ਆ। ऐसे लोग प्रभु से प्रेम रखेंगे, ਇਹੋ ਜਿਹੇ ਲੋਕ ਪ੍ਰਭੂ ਨੂੰ ਮੁਹੱਬਤ ਕਰਨਗੇ, ऐसे लोग परमेश्वर की आवाज सुनेंगे, ਇਹੋ ਜਿਹੇ ਲੋਕ ਪਰਮੇਸ਼ਵਰ ਦੇ ਸ਼ਬਦਾਂ ਨੂੰ ਸੁਣਨਗੇ, ऐसे लोग परमेश्वर की कहना मानोगे, ਇਹੋ ਜਿਹੇ ਲੋਕ ਪਰਮੇਸ਼ਵਰ ਦੇ ਆਖੇ ਲੱਗਣਗੇ, ऐसे लोग प्रभु से जुड़े रहेंगे। ਇਹੋ ਜਿਹੇ ਲੋਕ ਹੀ ਪ੍ਰਭੂ ਦੇ ਨਾਲ ਇਕਜੁੱਟ ਰਹਿਣਗੇ। आज इस 4 पॉइंट आपके सामने रखा ਅੱਜ है। ਇਹ 4 ਬਿੰਦੂ ਤੁਹਾਡੇ ਸਾਹਮਣੇ ਰੱਖੇ। ये 4 पॉइंट आप पालन करेगा तो बाइबल कहते तुम श्रापित नहीं, तुम जीवन पाओगे। ਜੇ ਇਹ 4 ਬਿੰਦੂ ਤੁਹਾਡੇ ਸਾਹਮਣੇ ਰੱਖੇ, ਜੇ ਤੁਸੀਂ ਪਾਲਣਾ ਕਰੋਗੇ ਤੁਸੀਂ ਸ਼ਰਾਪਿਤ ਨਹੀਂ ਹੋਵੋਗੇ, ਪਰ ਤੁਸੀਂ ਬਰਕਤ ਪਾਓਗੇ, जीवन भर आशीष पाएंगे, ਪੂਰੀ ਜ਼ਿੰਦਗੀ ਦੇ ਵਿੱਚ ਬਰਕਤ ਪਾਓਗੇ, आपका पीढ़ी आशीष ਤੁਹਾਡੀਆਂ पाएंगे, ਨਸਲਾਂ ਬਰਕਤ ਪਾਣਗੀਆਂ, आपकी पोते आशीष ਤੁਹਾਡੇ ਜਿਹੜੇ पाएंगे। ਪੋਤੇ ਬਰਕਤ ਪਾਣਗੇ। आशीष देने के लिए तैयार हो जाओ, ਬਰਕਤ ਦੇਣ ਵਾਸਤੇ ਤੁਸੀਂ ਤਿਆਰ ਹੋ ਜਾਓ। श्राप के लिए कभी मुंह ना खोलें। ਤਾਂ ਸ਼ਰਾਪ ਵਾਸਤੇ ਮੂੰਹ ਨਾ ਖੋਲੋ। श्राप देने के लिए व्यवस्था नहीं है। ਸ਼ਰਾਪ ਦੇਣ ਦੇ ਲਈ ਸਾਨੂੰ ਕੋਈ ਕਾਨੂੰਨ ਨਹੀਂ ਹੈ। तुम्हें कोई आके गाली दे, ਤੁਹਾਨੂੰ ਆ ਕੇ ਇਹਨੇ ਗਾਲ ਕੱਢਤੀ ਤਾਂ गाली देने के लिए व्यवस्था नहीं है। ਵਾਪਸ ਗਾਲ ਕੱਢਣ ਦੇ ਲਈ ਆਪਾਂ ਨੂੰ ਹੁਕਮ ਨਹੀਂ ਹੈ। ऐसा स्ट्रांग विश्वासियों को मैं जानते हैं, एक बोले हमें 4 सुनाएंगे पक्का। ਇਹੋ ਜਿਹੇ ਮਜ਼ਬੂਤ ਵਿਸ਼ਵਾਸੀਆਂ ਨੂੰ ਜਾਣਦੇ ਜੋ ਉਹਨਾਂ ਨੂੰ ਇੱਕ ਆਖੀਏ ਤਾਂ ਪੱਕਾ 4 ਦੱਸਣਗੇ। उन पर प्रभु की मसा नहीं है, ਉਹਨਾਂ ਤੇ ਪਰਮੇਸ਼ਰ ਦਾ ਅਭਿਸ਼ੇਕ ਹੀ ਹੈ ਨਹੀਂ, परमेश्वर की ज्ञान समझ नहीं है। ਪ੍ਰਭੂ ਦੀ ਇੱਕ ਸਮਝ ਗਿਆਨ ਹੈ ਨਹੀਂ। आप कुछ भी सहने के लिए तैयार हो जाएं। ਕੁਝ ਵੀ ਬਰਦਾਸ਼ਤ ਕਰਨ ਦੇ ਲਈ ਤਿਆਰ ਹੋ ਜਾਓ। कुछ भी बातें मैं सुनते इधर से निकालते हैं, ਕੁਝ ਵੀ ਜਦੋਂ ਮੈਂ ਸੁਣਦਾ ਇਧਰੋਂ ਤੇ ਇਧਰੋਂ ਕੱਢ ਦੇਣਾ। किसी के साथ कोई बात हो तो तुरंत भूल जाते हैं। ਤਾਂ ਕਿਸੇ ਦੀ ਕੋਈ ਗੱਲ ਹੋ ਜਾਂਦੀ ਹੈ ਤਾਂ ਉਸੇ ਵੇਲੇ ਭੁੱਲ ਜਾਂਦੇ ਹਾਂ। मन में रखे हम कभी नहीं चलते हैं। ਦਿਲ ਦੇ ਵਿੱਚ ਰੱਖ ਕੇ ਨਹੀਂ ਉਹਨੂੰ यदि ਚੱਲਦੇ। हम मन में रखे चलेगा तो हम सेवा नहीं कर ਜੇ पाएंगे। ਦਿਲ 'ਚ ਰੱਖ ਕੇ ਉਹਨੂੰ ਚੱਲਦੇ ਰਵਾਂਗੇ ਤਾਂ ਸੇਵਾ ਨਹੀਂ आप इस ਹੋਵੇਗੀ। बात को जानना जरूरी है। ਤੁਹਾਨੂੰ ਇਸ ਗੱਲ ਨੂੰ ਜਾਣਨਾ ਜ਼ਰੂਰੀ ਹੈ। परमेश्वर की वचन कहते हैं ਪ੍ਰਭੂ ਦੀ ਬਾਣੀ ਆਖਦੀ ਹੈ, न्यूबॉर्न बच्चे की समान, दूध पीने वाले बच्चे की समान आप नई जन्म लेना जरूरी ਤਾਂ है। ਇੱਕ ਨਵੇਂ ਜਨਮੇ ਬੱਚੇ ਦੇ ਵਰਗੇ ਬਣ ਜਾਈਏ ਜਿਹੜਾ ਦੁੱਧ ਪੀਣ ਵਾਲਾ ਹੁੰਦਾ ਹੈ। आज इस नया साल के पहले दिन दूध पीने वाले एक बच्चे की समान होना आवश्यक है। ਤਾਂ ਇਸ ਨਵੇਂ ਸਾਲ ਦੇ ਅੱਜ ਪਹਿਲੇ ਦਿਨ ਇੱਕ ਨਵੇਂ ਜਨਮੇ ਬੱਚੇ ਜਿਹੜਾ ਦੁੱਧ ਪੀਣ ਵਾਲੇ ਉਹਦੇ ਵਰਗੇ ਹੋਣਾ ਆਪਾਂ। प्रभु यीशु से कहना है, ਪ੍ਰਭੂ ਯੀਸ਼ੂ ਨੂੰ ਆਖਣਾ ਹੈ, प्रभु मुझे मेरा आपका लाइक मुझे बनाए, ਪ੍ਰਭੂ ਆਪਦੇ ਵਰਗਾ ਮੈਨੂੰ ਬਣਾ ਦੇ, आपकी स्वभाव मुझे चाहिए, ਤੇਰਾ ਸੁਭਾਅ ਮੈਨੂੰ ਚਾਹੀਦਾ, आपकी आत्मा मुझे चाहिए। ਤੁਹਾਡੀ ਰੂਹ ਮੈਨੂੰ ਚਾਹੀਦੀ ਹੈ। यीशु मसीह ਯੀਸ਼ੂ ਮਸੀਹ पिता की ਉਸ ਬਾਪ ਦੇ आज्ञाकारी बने रहे। ਤੇ ਉਹਦੇ ਕਹਿਣਾ ਮੰਨਦਾ ਰਿਹਾ। इफिसियों को पत्री में लिखा है, ਇਫਿਸੀਓਂ ਦੇ ਖੱਤ 'ਚ ਲਿਖਿਆ ਹੈ, कब तक? ਕਦੋਂ ਤੱਕ? क्रूस की मौत तक ਸਲੀਬ ਦੀ ਮੌਤ ਤੱਕ पिता से प्रेम की। ਉਸ ਬਾਪ ਨੂੰ ਨੇ ਪਿਆਰ ਕੀਤਾ। केवल यीशु एक मनुष्य के शरीर होने के कारण दर्द में, पीड़ा में, गत्समने में पिता से ये प्रार्थना किया, पिता हो सकता है तो ये कटोरा मुझसे दूर करें। ਜਦੋਂ ਪ੍ਰਭੂ ਯੀਸ਼ੂ ਮਸੀਹ ਦੇਹ ਦੇ ਵਿੱਚ ਸੀ ਤੇ ਗਤਸਮਨੀ ਬਾਗ ਦੇ ਵਿੱਚ ਯੀਸ਼ੂ ਮਸੀਹ ਨੇ ਬਾਪ ਦੇ ਅੱਗੇ ਪ੍ਰਾਰਥਨਾ ਕੀਤੀ ਸੀ ਕਿ ਪ੍ਰਭੂ ਜੀ ਜੇ ਤੁਸੀਂ ਚਾਹੋ ਤਾਂ ਇਹ ਕਟੋਰਾ ਮੇਰੇ ਤੋਂ ਹਟਾ ਦਿਓ। फिर तुरंत यीशु को समझ आए और यीशु ने कहा मेरा इच्छा नहीं आपका इच्छा है। ਤੇ ਪ੍ਰਭੂ ਯੀਸ਼ੂ ਮਸੀਹ ਉਸੇ ਵੇਲੇ ਉਸ ਗੱਲ ਨੂੰ ਜਾਣ ਗਿਆ ਤੇ ਯੀਸ਼ੂ ਨੇ ਉਸੇ ਵੇਲੇ ਇਹ ਗੱਲ ਕਹੀ ਕਿ ਪ੍ਰਭੂ ਮੇਰੀ ਮਰਜ਼ੀ ਨਹੀਂ ਤੇਰੀ ਮਰਜ਼ੀ ਹੈ। क्योंकि यीशु पिता एक है, ਕਿਉਂਕਿ ਯੀਸ਼ੂ ਤੇ ਬਾਪ ਦੋਨੋਂ ਇੱਕ ਹੀ ਨੇ। पिता की इच्छा पुत्र को इस धरती पर भेजे, कुर्बानी दे, मानव जाति को बचाए। ਉਸ ਬਾਪ ਦੀ ਜਿਹੜੀ ਮਰਜ਼ੀ ਸੀ ਕਿ ਆਪਦੇ ਪੁੱਤਰ ਨੂੰ ਬਲੀਦਾਨ ਹੋਣ ਵਾਸਤੇ ਤੇ ਭੇਜ ਦੇ ਤੇ ਮਨੁੱਖ ਕੌਮ ਨੂੰ ਮੈਂ ਬਚਾ ਲਵਾਂ। बाइबल कहते हैं ਬਾਣੀ ਕਹਿੰਦੀ ਹੈ क्रूस की मौत तक पिता की आज्ञाकारी बने रहे। ਸਲੀਬ ਦੀ ਮੌਤ ਤੱਕ ਉਸ ਬਾਪ ਦਾ ਆਗਿਆਕਾਰੀ ਬਣਿਆ ਰਿਹਾ। इसलिए यीशु के नाम सब नामों में श्रेष्ठ किया है। ਇਸੇ ਕਰਕੇ ਯੀਸ਼ੂ ਦਾ ਨਾਮ ਸਾਰੇ ਨਾਮਾਂ ਤੋਂ ਉੱਤਮ ਕੀਤਾ ਗਿਆ। इसलिए हर घुटना टेकेगा, हर जीवन कहेगा यीशु ही है
परमेश्वर। ਇਸੇ ਕਰਕੇ ਹਰੇਕ ਗੋਡਾ ਨਿਵਾਇਆ ਜਾਵੇਗਾ ਤੇ ਹਰੇਕ ਜ਼ੁਬਾਨ ਅੰਗੀਕਾਰ ਕਰੇਗੀ ਯीशु ही है परमेश्वर। यीशु के नाम सब नामों में श्रेष्ठ किया है। ਯीशु ਦਾ ਜਿਹੜਾ ਨਾਮ ਹੈ ਉਹ ਸਾਰੇ ਨਾਮਾਂ ਤੋਂ ਵੱਡਾ ਕੀਤਾ ਗਿਆ। वही यीशु के नाम मेरे और आपका जीप में हम लेते हैं। ਉਹੀ ਯीशु ਦਾ ਜਿਹੜਾ ਨਾਮ ਮੈਂ ਤੇ ਤੁਸੀਂ ਆਪਣੀ ਜ਼ੁਬਾਨ ਤੇ हम ਲੈਂਦੇ उस ਹਾਂ। यीशु के समान हो जाएं, ਆਪਾਂ ਉਸ ਯीशु ਦੇ ਵਰਗੇ ਹੋ ਜਾਈਏ, हम ब्लेस्ड हो जाएं, ਆਪਾਂ ਆਸ਼ੀਸ਼ਿਤ ਹੋ ਜਾਈਏ। 2022 में आशीषित हो जाएं। 2022 ਦੇ ਵਿੱਚ ਆਪਾਂ ਆਸ਼ੀਸ਼ਿਤ ਹੋ ਜਾਈਏ। 2022 will be the year of the blessing। 2022 ਇਹ ਸਾਲ ਹੈ ਇੱਕ ਆਸ਼ੀਸ਼ ਦਾ। अब्राहम की आशीष यीशु मसीह में हम प्राप्त करने जा रहे हैं। ਅਬਰਾਹਮ ਜਿਹੜੀ ਬਰਕਤ ਮਸੀਹ ਯीशु ਦੇ ਵਿੱਚ ਆਪਾਂ ਲੈਣ ਜਾ ਰਹੇ उसके ਹਾਂ। लिए क्या करना? प्रभु से प्रेम रखना है। ਉਹਦੇ ਵਾਸਤੇ ਕੀ ਕਰਨਾ? ਪ੍ਰਭੂ ਨੂੰ ਪਿਆਰ ਕਰਨਾ। परमेश्वर की आवाज सुन ले, ਪ੍ਰਭੂ ਦੀ ਬਾਣੀ ਨੂੰ ਸੁਣ ਲਈਏ, उसकी आज्ञाकारी बने ਉਹਦੇ ਆਗਿਆਕਾਰੀ ਬਣ ਜਾਈਏ और यीशु के साथ जुड़े ਤੇ रहें। ਯीशु ਦੇ ਨਾਲ ਲਿਪਟੇ ਰਹੀਏ। आज परमेश्वर की आत्मा आपसे बात कर रहे ਅੱਜ हैं। ਪਰਮੇਸ਼ਰ ਦੀ ਰੂਹ ਤੁਹਾਡੇ ਨਾਲ ਗੱਲ ਕਰ ਰਹੀ क्या ਹੈ। आप तैयार है यीशु से प्रेम करना? ਕਿ ਤੁਸੀਂ ਤਿਆਰ ਹੋ ਯीशु ਨਾਲ ਪਿਆਰ ਕਰਨ क्या ਵਾਸਤੇ? तैयार है आप यीशु से सुनना? ਕਿ ਤੁਸੀਂ ਤਿਆਰ ਹੋ ਯीशु ਨੂੰ ਸੁਣਨ ਵਾਸਤੇ? क्या आप तैयार है यीशु की आज्ञाकारी बनना? ਕਿ ਤੁਸੀਂ ਤਿਆਰ ਹੋ ਯीशु ਦੇ ਆਗਿਆਕਾਰੀ ਬੱਚੇ? क्या आप तैयार है यीशु के साथ जुड़े रहे? ਕਿ ਤੁਸੀਂ ਤਿਆਰ ਹੋ ਯीशु ਨਾਲ ਲਿਪਟੇ ਰਹਿਣ आप ਵਾਸਤੇ? परफेक्ट व्यक्ति होगा, ਤਾਂ ਤੁਸੀਂ ਇੱਕ ਸੰਪੂਰਨ ਇਨਸਾਨ आप ਹੋਵੋਗੇ। ब्लेस्ड हो जाएंगे, ਤਾਂ ਤੁਸੀਂ ਧਨ ਹੋ ਜਾਓਗੇ। आशीषित हो जाएंगे, ਤਾਂ ਤੁਸੀਂ ਆਸ਼ੀਸ਼ਿਤ ਹੋ ਜਾਓਗੇ। आपके पीढ़ी आशीषें पाएंगे। ਤੁਹਾਡੇ ਬੱਚੇ ਬਰਕਤ ਪਾਣਗੇ। प्रभु में चलने वालों को पीढ़ी आशीषित हो ਪ੍ਰਭੂ 'ਚ जाएंगे। ਚੱਲਣ ਵਾਲਿਆਂ ਦੇ ਬੱਚੇ ਬਰਕਤ ਹੋ ਜਾਣਗੇ। आज हम यीशु के नाम से आपको आशीषें देते ਅੱਜ हैं। ਯीशु ਦੇ ਨਾਮ 'ਚ ਤੁਹਾਨੂੰ ਬਰਕਤ ਦਿੰਨੇ ਆ। अब्राहम की आशीषों को हासिल करें। ਅਬਰਾਹਮ ਦੀਆਂ ਬਰਕਤਾਂ ਨੂੰ ਲੈ ਲਵੋ। आज के बाद आपके जीवन में आंसू ना हो, ਅੱਜ ਤੋਂ ਬਾਅਦ ਤੁਹਾਡੀ ਜ਼ਿੰਦਗੀ 'ਚ ਰੋਣਾ ਨਾ ਹੋਵੇ। आप टेंशन में ना रहे, ਤੁਸੀਂ ਚਿੰਤਾ 'ਚ ਨਾ ਰਹੋ। श्रापित ना हो, श्रापित ना होवो। आशीषित हो जाए। आशीष तो हो जाओ। आशीष की मूल होगा। ਤਾਂ ਤੁਸੀਂ ਆਸ਼ੀਸ਼ ਦੇ ਮੁੱਢ ਹੋਵੋਗੇ। कल हमने यही और दूसरे वचन प्रचार किया है। ਕੱਲ ਦੂਸਰੇ ਸ਼ਬਦਾਂ ਨੂੰ ਆਪਾਂ ਦੇਖਿਆ ਸੀ। उत्पत्ति किताब से हम पढ़े हैं। ਉਤਪਤ ਦੀ ਪੁਸਤਕ 'ਚ ਪੜਿਆ ਸੀ। परमेश्वर अब्राहम से कहा ਪਰਮੇਸ਼ਰ ਨੇ ਅਬਰਾਹਮ ਨੂੰ ਕਿਹਾ, और उसको नाम लेकर ਉਹਦਾ बुलाया, ਨਾਮ ਲੈ ਕੇ ਸੱਦਿਆ, मैं तुझे बड़ा जादी बनाऊंगा, ਮੈਂ ਤੈਨੂੰ ਵੱਡੀ ਕੌਮ तुम ਬਣਾਵਾਂਗਾ। आशीष की मूल होगा। ਤੂੰ ਇੱਕ ਬਰਕਤ ਦਾ ਮੁੱਢ ਹੋਵੇਂਗਾ। आप में मैं और आप आशीष की मूल होगा। ਮੈਂ ਤੇ ਤੁਸੀਂ ਉਸ ਬਰਕਤ ਦੇ ਮੁੱਢ ਹੋਵਾਂਗੇ। क्योंकि अब्राहम को परमेश्वर ने वायदा की आशीषों को हम प्राप्त करें। ਕਿਉਂਕਿ ਅਬਰਾਹਮ ਨੂੰ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਆਪਾਂ ਲੈ ਲਈਏ। इसलिए प्रभु से सब बातों से बढ़कर प्रेम करें। ਇਸ ਲਈ ਪ੍ਰਭੂ ਦੇ ਨਾਲ ਸਾਰੀਆਂ ਗੱਲਾਂ ਤੋਂ ਵੱਧ ਕੇ ਪਿਆਰ माता ਕਰੀਏ। पिता से बढ़कर, ਮਾਂ ਪਿਓ ਤੋਂ ਵੱਧ ਕੇ, जीवन साथी से ਆਪਦੇ बढ़कर, ਸੰਗੀ ਸਾਥੀ ਤੋਂ ਵੱਧ ਕੇ, बच्चों से ਆਪਦੇ बढ़कर, ਜਵਾਕਾਂ ਤੋਂ ਵੱਧ ਕੇ, धन दौलत से ਧਨ बढ़कर, ਮਾਲ ਤੋਂ ਵੱਧ ਕੇ, शरीर की अभिलाषा से ਦੇਹ ਦੀਆਂ बढ़कर, ਲਾਲਸਾਵਾਂ ਤੋਂ ਵੱਧ ਕੇ, हर चीजों से ਹਰ बढ़कर ਵਸਤੂਆਂ ਤੋਂ ਵੱਧ ਕੇ यीशु से प्रेम रखे। ਯीशु ਨਾਲ ਪਿਆਰ ਰੱਖੀਏ। उसकी आवाज सुन ले, ਉਹਦੀ ਬਾਣੀ ਨੂੰ ਸੁਣ ਲਈਏ। उसकी आज्ञाकारी बन ले, ਉਹਦੇ ਆਗਿਆਕਾਰੀ ਬਣ ਜਾਈਏ। यीशु के साथ जुड़े रहे। ਯीशु ਦੇ ਨਾਲ ਲਿਪਟੇ ਰਹੀਏ। परमेश्वर के साथ जुड़े रहे, ਪਰਮੇਸ਼ਰ ਦੇ ਨਾਲ ਲਿਪਟੇ ਰਹੀਏ। तब आप आशीषित हो जाएंगे। ਫਿਰ ਆਪਾਂ ਬਰਕਤ ਹੋ कितने लोग ਜਾਵਾਂਗੇ। चाहते हैं इस आशीषों को पाना है? आइए हम प्रभु की बस में हम खड़े हो जाएं, मिलकर हम परमेश्वर को स्तुति